ਸਾਡੇ ਇਸ ਵੈਬੀਨਾਰ ਨਾਲ ਜੁੜੇ ਦੋਸਤੋ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 2 ਸਾਲ ਤੋਂ ਸਾਨੂੰ ਕੁਝ ਸ਼ੱਕ ਹੋਇਆ ਸੀ ਵੀ ਭਾਰਤ ਸਰਕਾਰ ਕੁਝ ਨਵੀਆਂ ਪਾਲਿਸੀਜ਼ ਲਾਗੂ ਕਰਕੇ ਖੇਤੀ ਨੂੰ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਵੱਲ ਵੱਧ ਰਹੀ ਹੈ। ਅਸੀਂ ਆਪਣੀ ਨਿਗਾਹ ਰੱਖੀ, ਕੁਝ ਡਾਕੂਮੈਂਟ ਇਕੱਠੇ ਕਰਦੇ ਰਹੇ, ਹੌਲੀ ਹੌਲੀ ਲੋਕਾਂ ਨੂੰ ਐਜੂਕੇਟ ਕਰਨਾ ਸ਼ੁਰੂ ਕੀਤਾ ਤੇ ਆਖਿਰ ਉਹੀ ਕੁਝ ਹੋਇਆ ਜਿਹਦਾ ਸਾਨੂੰ ਸ਼ੱਕ ਸੀ। 5 ਜੂਨ ਨੂੰ ਕੋਵਿਡ ਦੇ ਦਰਮਿਆਨ ਜਦੋਂ ਸਾਰੇ ਲੋਕੀ ਘਰਾਂ 'ਚ ਤਾੜੇ ਸੀ, ਮੋਦੀ ਸਰਕਾਰ ਨੇ ਮੌਕਾ ਪਾ ਕੇ ਆਰਡੀਨੈਂਸ ਜਾਰੀ ਕਰਕੇ 3 ਐਸੇ ਕਾਨੂੰਨ ਲੈ ਆਂਦੇ ਜਿਹੜੇ ਉਹਦੇ ਅਧਿਕਾਰ ਖੇਤਰ ਦੀ ਗੱਲ ਨਹੀਂ ਸੀ, ਸਗੋਂ ਸਿੱਧਾ ਉਹ ਕਾਰਪੋਰੇਟ ਹਾਊਸਿਸ ਨੂੰ ਖੁਸ਼ ਕਰਨ ਵਾਲੇ ਕਾਨੂੰਨ ਸਨ। ਸਾਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ ਵਿੱਚ ਕਿਤੇ ਥੋੜਾ ਕਿਤੇ ਬਹੁਤਾ ਵਿਰੋਧ ਹੋਇਆ। ਪੰਜਾਬ ਕਿਉਂਕਿ ਇਹਦੇ ਲਈ ਪਹਿਲਾਂ ਹੀ ਤਿਆਰ ਸੀ, ਅਸੀਂ ਇਹਦੇ ਲਈ ਭੂਮਿਕਾ ਬਣਾ ਚੁੱਕੇ ਸਾਂ, ਲੋਕਾਂ ਨੂੰ ਐਜੂਕੇਟ ਕਰ ਚੁੱਕੇ ਸਾਂ, ਸਾਰੇ ਪੰਜਾਬ ਵਿੱਚ ਲੋਕੀ ਇਹਨੂੰ ਸਮਝਣ ਲੱਗੇ ਸਨ। ਤਾਂ ਪੰਜਾਬ ਵਿੱਚ ਇੱਕ ਤਰ੍ਹਾਂ ਦਾ ਨਵਾਂ ਉਬਾਲਾ ਆਉਣਾ ਸ਼ੁਰੂ ਹੋਇਆ। ਹੌਲੀ ਹੌਲੀ ਹੋਇਆ ਇਹ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ, ਸਭ ਨੇ ਇਕੱਠੇ ਹੋ ਕੇ ਮਹਿਸੂਸ ਕੀਤਾ ਭਈ ਅੱਜ ਸਮਾਂ ਅਲੱਗ-ਅਲੱਗ ਲੜਨ ਦਾ ਨਹੀਂ, ਚਾਹੇ ਪਾਲਿਸੀ ਡਿਫਰੈਂਸਿਸ ਕਿਸੇ ਦੇ ਕੁਝ ਵੀ ਹੋਣ, ਜਦੋਂ ਸਮੁੱਚੇ ਪੰਜਾਬ ਦੀ ਗੱਲ ਹੈ, ਪੰਜਾਬੀਆਂ ਦੀ ਗੱਲ ਹੈ, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਔਰ ਖੁਸ਼ੀ ਦੀ ਗੱਲ ਇਹ ਵੀ ਹੈ ਵੀ ਕਿਸੇ ਵੀ ਜਥੇਬੰਦੀ ਨੇ ਆਪਣਾ ਕੋਈ ਪੋਲੀਟੀਕਲ ਏਜੰਡਾ ਨਾ ਤਾਂ ਇਹਦੇ ਵਿੱਚ ਸੀ ਨਾ ਲਿਆਂਦਾ। ਔਰ ਉਦੋਂ ਵੀ ਵਧੀਆ ਇਹ ਫੈਸਲਾ ਹੋਇਆ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੇ ਇਸ ਪਲੇਟਫਾਰਮ ਨੂੰ ਵਰਤਣ ਦੀ ਆਗਿਆ ਨਹੀਂ ਦਿੱਤੀ। ਤਾਂ ਹੋਇਆ ਇਹ ਹੈ ਵੀ 3 ਕਾਨੂੰਨ ਐਸੇ ਲਿਆਂਦੇ ਗਏ ਹੈ ਜਿਨ੍ਹਾਂ ਬਾਰੇ ਸਾਡੀਆਂ ਅਸੀਂ ਰੇਲਵੇ ਟਰੈਕਸ ਤੇ ਬੈਠੇ ਰਹੇ, 1.5 ਮਹੀਨਾ ਸਰਕਾਰ ਨੇ ਗੱਲ ਨਹੀਂ ਸੁਣੀ। ਉਸ ਤੋਂ ਬਾਅਦ ਅੱਗੇ ਵੱਧਦਾ ਅੰਦੋਲਨ ਇਹ ਦਿੱਲੀ ਦੀਆਂ ਬਰੂਹਾਂ ਤੇ ਆ ਗਿਆ। ਅੱਜ ਦਿੱਲੀ ਚਾਰੇ ਪਾਸਿਓਂ ਘਿਰੀ ਹੈ, ਲੱਖਾਂ ਕਿਸਾਨ ਸਾਰੇ ਦੇਸ਼ ਵਿੱਚੋਂ, ਜਿਹਦਾ ਧੁਰਾ ਭਾਵੇਂ ਅੰਦੋਲਨ ਦਾ ਪੰਜਾਬ ਹੈ, ਉਸ ਤੋਂ ਬਾਅਦ ਹਰਿਆਣਾ ਵੱਡੀ ਗਿਣਤੀ ਵਿੱਚ ਜੁੜਿਆ, ਫਿਰ ਯੂਪੀ ਜੁੜਿਆ, ਰਾਜਸਥਾਨ ਜੁੜਿਆ, ਮੱਧ ਪ੍ਰਦੇਸ਼ ਜੁੜਿਆ। ਹੌਲੀ ਹੌਲੀ ਸਾਰਾ ਦੇਸ਼ ਇਸ ਅੰਦੋਲਨ ਵਿੱਚ ਅੱਜ ਕੁੱਦ ਪਿਆ ਤੇ ਅੱਜ ਸਾਰੇ ਲੋਕ ਇਹ ਮਹਿਸੂਸ ਕਰਨ ਲੱਗੇ ਆ ਵੀ ਮੋਦੀ ਸਰਕਾਰ ਇਹ ਕਾਨੂੰਨਾਂ ਰਾਹੀਂ ਕਾਰਪੋਰੇਟਸ ਨੂੰ ਸਾਰਾ ਕੁਝ ਸੰਭਾਲ ਦੇਣਾ ਚਾਹੁੰਦੀ ਹੈ। ਇੱਥੇ ਤਾਂ ਇੱਕ ਮਿਸਾਲ ਹੈ ਬੜੀ ਸਿੱਧੀ ਜੀ, ਭਈ ਜਦੋਂ ਦੀ ਮੋਦੀ ਸਰਕਾਰ ਆਈ ਹੈ, ਇੱਕ ਵਧੀਆ ਅਦਾਰਾ ਦੇਸ਼ ਦਾ ਜਿਹੜਾ ਪਬਲਿਕ ਸੈਕਟਰ ਦੇ ਅਦਾਰੇ ਸੀ ਉਹ ਸਾਰੇ ਅੰਬਾਨੀਆਂ ਅਡਾਨੀਆਂ ਕੋਲ ਜਾ ਰਹੇ ਨੇ। ਤੇਲ ਦਾ ਸੈਕਟਰ ਜਿਹੜਾ ਅੰਬਾਨੀਆਂ ਦੇ ਕੋਲ ਹੈ, ਸਾਡੀ ONGC ਦੀ ਰਿਫਾਈਨਰੀ ਵਨ ਆਫ ਦ ਬੈਸਟ ਰਿਫਾਈਨਰੀ ਹੈ, ਪਰ ਤੇਲ ਸਾਫ਼ ਹੁੰਦਾ ਹੈ ਅੰਬਾਨੀ ਦੀ ਰਿਫਾਈਨਰੀ ਦੇ ਵਿੱਚ। ਉਹਨੂੰ ਡਿਫੈਂਸ ਦਾ ਕੋਈ ਤਜਰਬਾ ਨਹੀਂ, ਧੱਕੇ ਨਾਲ ਉਹਦੇ ਹਵਾਲੇ ਡਿਫੈਂਸ ਸੈਕਟਰ ਵੀ ਦੇ ਦਿੱਤਾ। ਅੰਬਾਨੀਆਂ ਨੇ BSNL ਤੋਂ ਲਾਇਸੈਂਸ ਲੈ ਕੇ ਟੋਟਲ ਕਮਿਊਨੀਕੇਸ਼ਨ ਸੈਕਟਰ ਕਾਬੂ ਕਰ ਲਿਆ। ਇਸੇ ਤਰ੍ਹਾਂ ਅਡਾਨੀਆਂ ਨੂੰ ਕੋਲ ਸੈਕਟਰ ਦਿੱਤਾ ਸੀ, ਫਿਰ ਰੇਲਵੇ ਵਿੱਚ ਆ ਕੇ ਫਿਰ ਉਹ 에ਅਰਪੋਰਟਸ ਤੇ ਆ ਗਏ। ਹੁਣ ਉਹਨਾਂ ਦੀ ਅੱਖ ਸੀ ਵੀ ਇਹ ਜਿਹੜਾ ਖੇਤੀ ਸੈਕਟਰ ਹੈ ਇਹਦੇ ਤੇ ਜ਼ੋਰ ਅਜ਼ਮਾਈ ਕਰਕੇ ਲੋਕਾਂ ਨੂੰ ਲਾਂਭੇ ਕੀਤਾ ਜਾਏ। ਖੇਤੀ ਜਿਹੜੀ ਹੈ ਇੱਕ ਸਭ ਤੋਂ ਵੱਡਾ ਇਸ ਦੇਸ਼ ਦਾ ਕਿੱਤਾ ਹੈ, ਜਿਹੜਾ ਜਿਹਦੇ ਵਿੱਚ 80% ਲੋਕ ਆਪਣੀ ਉਪਜੀਵਕਾ ਕਮਾਉਂਦੇ ਨੇ, ਚਾਹੇ ਮਜ਼ਦੂਰੀ ਕਰਕੇ, ਚਾਹੇ ਖੇਤੀ ਕਰਕੇ। ਕਿਸਾਨ ਨੇ, ਮਜ਼ਦੂਰ ਨੇ, ਉਹਨਾਂ ਨੂੰ ਲਾਂਭੇ ਕਰਕੇ ਇਸ ਸੈਕਟਰ ਤੇ ਕਬਜ਼ਾ ਕੀਤਾ ਜਾਏ। ਇਸ ਲਈ ਮੋਦੀ ਸਰਕਾਰ ਨੇ ਇਹ 3 ਲੈ ਆਂਦੇ। ਅਸੀਂ ਇਹਨਾਂ ਦਾ ਵਿਰੋਧ ਕੀਤਾ, ਮੀਟਿੰਗਾਂ ਹੋਈਆਂ, ਉਹਨਾਂ ਮੀਟਿੰਗਾਂ ਵਿੱਚ ਅਸੀਂ ਜੋ ਕੁਝ ਉਹ ਕਹਿੰਦੇ ਰਹੇ, ਉਹਨਾਂ ਦੀਆਂ ਸਾਰੀਆਂ ਜਿਹੜਾ ਕੂੜ ਪ੍ਰਚਾਰ ਸੀ ਉਹਨੂੰ ਅਸੀਂ ਨੰਗਾ ਕੀਤਾ ਔਰ ਉਹਨਾਂ ਨੂੰ ਲਾਜਵਾਬ ਕੀਤਾ। ਕੋਈ ਉਹਨਾਂ ਦੇ ਕੋਲ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਸੀ। ਸਥਿਤੀ ਐਸੀ ਆ ਗਈ ਇੱਕ ਸਟੇਜ ਤੇ ਉਹ ਸਾਨੂੰ ਕਹਿਣ ਲੱਗ ਪਏ ਇਹਨਾਂ ਕਾਨੂੰਨਾਂ ਵਿੱਚ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਓ, ਇਹਨਾਂ ਨੂੰ ਨਾਂ ਦੇ ਕਾਨੂੰਨ ਰਹਿਣ ਦਿਓ, ਪਰ ਰਿਪੀਲ ਕਰਨ ਲਈ ਨਾ ਆਖੋ। ਸਾਡੀ ਮੰਗ ਇਹ ਹੈ ਵੀ ਜੋ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਹੀ ਨਹੀਂ ਆਉਂਦੀ ਗੱਲ, ਉਹਦੇ ਵਿੱਚ ਤੁਸੀਂ ਕਿਉਂ ਦਖਲ ਦੇਵੋ। ਫੈਡਰਲ ਕੋਆਪਰੇਸ਼ਨ ਦਾ ਇਹ ਦੇਸ਼ ਹੈ ਤੇ ਇੱਥੇ ਫੈਡਰਲਿਜ਼ਮ ਇਹਦੇ ਨਾਲ ਪ੍ਰਭਾਵਿਤ ਹੁੰਦੀ ਹੈ ਤੇ ਖੇਤੀ ਖੇਤਰ ਜਿਹੜਾ ਸਿੱਧਾ ਕੰਸਟੀਟਿਊਸ਼ਨ ਦੇ ਅਨੁਸਾਰ ਸਟੇਟਾਂ ਦਾ ਸਬਜੈਕਟ ਹੈ। ਅਸੀਂ ਵਪਾਰ ਕਰਨ ਨਹੀਂ ਜਾਂਦੇ, ਆਪਣੀ ਫਸਲ ਵੇਚਣ ਜਾਂਦੇ ਹਾਂ, ਮਾਰਕੀਟ ਕਰਨ ਜਾਂਦੇ ਹਾਂ। ਮਾਰਕੀਟਿੰਗ ਵੀ ਜਿਹੜੀ ਆ ਉਹ ਵੀ
ਸਟੇਟਾਂ ਦਾ ਵਿਸ਼ਾ ਹੈ, ਇਹਦੇ ਵਿੱਚ ਕੇਂਦਰ ਸਰਕਾਰ ਦਾ ਦਖਲ ਕਿਸੇ ਤਰ੍ਹਾਂ ਵੀ ਸੰਵਿਧਾਨ ਅਨੁਸਾਰ ਜਾਇਜ਼ ਨਹੀਂ। ਤੇ ਇਹ ਤੁਸੀਂ ਜਿਹੜੇ ਕਾਨੂੰਨ ਬਣਾਏ ਨੇ ਗੈਰ ਸੰਵਿਧਾਨਿਕ ਬਣਾਏ ਨੇ, ਇਸ ਲਈ ਅਸੀਂ ਇਹ ਗੱਲ ਉਹਨਾਂ ਦੀ ਮੰਨਣ ਲਈ ਤਿਆਰ ਨਹੀਂ। ਹੁਣ ਜਦੋਂ ਵੀ ਸਰਕਾਰ ਗੱਲਬਾਤ ਲਈ ਬੁਲਾਉਂਦੀ ਹੈ ਤਾਂ ਘੁੰਮ ਘੁਮਾ ਕੇ ਫਿਰ ਅਮੈਂਡਮੈਂਟਸ ਤੇ ਆ ਜਾਂਦੀ ਹੈ, ਉਹੀ ਸ਼ੁਰੂ ਤੋਂ ਫਿਰ ਬਹਿਸ ਸ਼ੁਰੂ ਕਰ ਦਿੰਦੀ ਹੈ। ਇੱਕ ਸਮਾਂ ਆਇਆ ਜਦੋਂ ਅਸੀਂ ਇਹਨਾਂ ਚਾਲਾਂ ਤੋਂ ਤੰਗ ਆ ਕੇ ਅਸੀਂ ਸਿੱਧਾ ਕਿਹਾ ਵੀ ਸਾਨੂੰ ਸਾਫ਼-ਸਾਫ਼ ਜਵਾਬ ਦਿਓ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਸਾਡੀਆਂ ਮੰਗਾਂ ਮੰਨਦੇ ਹੋ ਜਾਂ ਨਹੀਂ ਮੰਨਦੇ। ਤੇ ਉਹ ਤੋਂ ਬਾਅਦ ਇੱਕ ਤਰ੍ਹਾਂ ਦਾ ਡੈਡਲੌਕ ਪੈਦਾ ਹੋਇਆ। ਸਰਕਾਰ ਨੇ ਫਿਰ ਇੱਕ ਚਿੱਠੀ ਲਿਖੀ, ਉਹ ਚਿੱਠੀ ਲਿਖਣ ਤੋਂ ਬਾਅਦ ਅਸੀਂ ਉਹਦਾ ਵੀ ਕੱਲ ਜਵਾਬ ਭੇਜ ਦਿੱਤਾ ਤੇ ਅੱਗੇ ਕੀ ਹੋਏਗਾ ਉਹ ਨਾਲੋਂ ਨਾਲ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਹੁਣ ਤੱਕ ਦਾ ਜਿਹੜਾ ਪਿਛੋਕੜ ਹੈ ਉਹ ਇਹ ਹੈ ਤੇ ਅੱਗੇ ਰਜਿੰਦਰ ਸਿੰਘ ਹੋਰਾਂ ਕੋਲ। ਸ਼ੁਕਰੀਆ ਰਾਜਵਾਲ ਸਾਹਿਬ। ਸਾਡੇ ਜਿਹੜੇ जानना चाहते हैं वो कह रहे कि हिंदी में बोलो, तो आप जब हिंदी में क्वेश्चन करोगे तो हम हिंदी में भी जवाब देंगे, एंड यू कैन क्वेश्चन अस आल्सो इन इंग्लिश एंड आवर पैनलिस्ट विल आंसर यू। तो सबसे पहले कंवर अमतोज सिंह वड़ैच जी का सवाल है, गवर्नमेंट इज नॉट डूइंग एनीथिंग एंड इज जस्ट पासिंग टाइम, सो व्हाट विल बी आवर प्लान ऑफ एक्शन। अगला हमारा एक्शन प्लान क्या होगा, इस पर जगजीत सिंह डलेवाल जी बात करेंगे। देखिए, सभी भाइयों को मैं ये बताना चाहता हूं कि जो हमारा एक्शन प्लान है, सबसे इस एक तो बात ये क्लियर है कि हम आंदोलन को पूरी तरह पीसफुली रखने का हमारा जो एक्शन प्लान है वो क्लियर है कि इसको किसी तरह की कोई हिंसा, कोई वायलेंस फैलाने की किसी को इजाजत नहीं दी जाएगी। और जो आगे का प्रोग्राम है, हमारी इस आंदोलन में लगभग 500 संगठन हमारे साथ मिलकर ये आंदोलन लड़ रहे हैं। डेली मीटिंग होती है, जो भी मीटिंग में से फैसला निकल कर आएगा वही आगे रोज की रोज उस पर आगे का एक्शन का प्लान किया जाता है। ये किसी एक का प्लान नहीं चलता, सभी का मिलकर प्लान होता है। शुक्रिया जी। हेमंत यादव उन्होंने हैगा सर, आई एम मैं उन्होंने सवाल का जो ब्रीफ है वो दस दिना कि वो किस तरह इस संघर्ष की हिमायत कर सकते हैं। तो स्टेज कितने साडा टिक्करी, सिंघू, गाजीपुर, पलवल, शाहजहांपुर, इत्थे साडे जिहड़े हैगे आ असीं रोड दे उपर धरने साडे चल रहे आ। तो तुसीं इत्थे धरने जिहड़े हैगे आ ज्वाइन कर सकते हो अपने नाल, अपने दोस्तां दे नाल, और जिथे भी तुसीं किते इस संघर्ष के पक्ष दे विच अपने गली च, मुहल्ले च जां नेड़े कोई गौरमेंट का ऑफिस है, SDM ऑफिस, डिप्टी कमिश्नर ऑफिस, उत्थे तुसीं इस संघर्ष के पक्ष दे विच प्रोटेस्ट जिहड़े हैगे आ वो कर सकते हो। अगले सवाल, हाँ जी, लाइव जिन्होंने सवाल ने तुसीं लै सकते हो। जसदीप सिंह जी, जसदीप सिंह जी, जसदीप सिंह तुसीं अपना सवाल कर सकते हो जी। मेरे ख्याल जसदीप। हाँ जी, धन्यवाद जी, थैंक यू। मेरा सवाल सर ये आ कि जिस तरह मैं थोड़ा जिहा टिपिकल जिहा क्वेश्चन हैगा, जिस तरह साडे हिंदू भाईचारे नूं गलत मैसेज भेजिया जा रहा है कि उन्हां नूं अपने ना डर पिया होया आ। मैं भी सपोर्टर हैगा किसान दा पुੱਤ आ, ਤੇ ਉਹਨਾਂ ਦਾ ਆਪਾਂ ਡਰ ਕਿੱਦਾਂ ਕੱਢ ਸਕਦੇ ਆ ਕਿ ਇਹਨੂੰ ਮਾਓਵਾਦੀ ਜਾਂ ਖਾਲਿਸਤਾਨੀ ਨਾਰੇ ਦਿੱਤੇ ਜਾਂਦੇ ਗਵਰਨਮੈਂਟ ਦੇ ਕੋਲੋਂ। ਇਹ ਥੋੜਾ ਜਿਹਾ ਮੈਨੂੰ ਦੱਸੋ ਕਿ ਆਪਾਂ ਆਪਣੇ ਜਿਹੜੇ ਹਿੰਦੂ ਭਰਾ ਹੈਗੇ ਆ ਉਹਨਾਂ ਦੇ ਮਨ 'ਚ ਡਰ ਹੈਗਾ, ਆਪਾਂ ਕਿੱਦਾਂ ਕੋਈ ਉਹਨਾਂ ਦਾ ਡਰ ਕੱਢ ਸਕਦੇ ਆ ਇਹਨਾਂ ਚੀਜ਼ਾਂ ਬਾਰੇ। शुक्रिया। राजीवाल साहब इस ते जवाब देंगे जी। ਇਸ ਤਰ੍ਹਾਂ ਜੀ, ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕੋਈ ਵੀ ਅੰਦੋਲਨ ਜਦੋਂ ਉਹਨਾਂ ਦੇ ਸਾਹਮਣੇ ਆਉਂਦਾ, ਕੋਸ਼ਿਸ਼ ਕਰਦੇ ਨੇ ਵੀ ਇਹਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾਏ। ਉਹਨਾਂ ਨੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਵਾਹ ਲਾ ਲਈ। ਉਹ ਕਦੇ ਸਾਨੂੰ ਉਹਨਾਂ ਨੇ ਅਰਬਨ ਨਕਸਲਾਈਟ ਕਿਹਾ, ਕਦੇ ਉਹਨਾਂ ਨੇ ਸਾਨੂੰ ਲੈਫਟਿਸਟ ਕਿਹਾ, ਕਦੇ ਉਹਨਾਂ ਨੇ ਸਾਨੂੰ ਖਾਲਿਸਤਾਨੀ ਕਿਹਾ, ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਉਹਨਾਂ ਨੇ ਸਾਡੇ ਤੇ ਲਾਏ। ਜਦੋਂ ਅਸੀਂ ਇੱਥੇ ਆਏ ਉਦੋਂ 2 ਦਿਨ ਲੋਕੀ ਡਰੇ ਹੋਏ ਸਨ, ਦੁਕਾਨਾਂ ਬੰਦ ਸਨ। ਉਹਨਾਂ ਤੋਂ ਬਾਅਦ ਲੋਕਾਂ ਨੂੰ ਸਾਡੇ ਨਾਲ ਮੇਲ ਜੋਲ ਹੋਇਆ, ਪਤਾ ਲੱਗਿਆ। ਅੱਜ ਸਥਿਤੀ ਇਹ ਹੈ ਵੀ ਕੋਈ ਘਬਰਾਇਆ ਹੋਇਆ ਨਹੀਂ, ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਸਾਡੇ ਲਈ ਖੋਲ ਦਿੱਤੇ ਹੋਏ ਹੈ। ਉਹ ਆਮ ਕਿਸਾਨਾਂ ਨੂੰ ਉਹਨਾਂ ਨੇ ਹਰ ਜਿਹੜੀ ਉਹਨਾਂ ਦੇ ਘਰਾਂ ਦੇ ਵਿੱਚ ਸਹੂਲਤ ਅਵੇਲੇਬਲ ਹੈ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤੀ ਹੋਈ ਹੈ। ਸਾਡੇ ਨਾਲ ਸਾਰੇ ਘੁਲ ਮਿਲ ਗਏ ਨੇ, ਉਹ ਸਾਡੇ ਅੰਦੋਲਨ ਵਿੱਚ ਆ ਕੇ ਪਾਰਟਿਸਿਪੇਟ ਵੀ ਕਰਦੇ ਨੇ।
ਬਾਹਰੋਂ ਆ ਕੇ ਲੋਕੀ ਲੰਗਰ ਵਿੱਚ ਸੇਵਾ ਵੀ ਕਰਦੇ ਨੇ, ਤਰ੍ਹਾਂ ਤਰ੍ਹਾਂ ਦਾ ਸਮਾਨ ਜਿਹੜੀ ਜਿਸ ਚੀਜ਼ ਦੀ ਲੋੜ ਹੁੰਦੀ ਹੈ। ਭਾਈਚਾਰਾ ਸਾਡਾ ਏਡਾ ਮਜ਼ਬੂਤ ਹੈ, ਸਰਕਾਰ ਜੋ ਮਰਜ਼ੀ ਆਖੇ, ਉਹਨੇ ਭਾਈਚਾਰੇ ਨੇ ਇਲਜ਼ਾਮ ਦੇ ਸਰਕਾਰ ਦੇ ਸਾਰੇ ਇਲਜ਼ਾਮ ਆਪਣੇ ਆਪ ਇੱਕ ਡੂੰਘੇ ਖੂਹ ਵਿੱਚ ਸੁੱਟ ਦਿੱਤੇ ਨੇ। ਗੁਰਲਾਲ ਸਿੰਘ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਗੁਰਲਾਲ ਸਿੰਘ ਜੀ ਅਨਮਿਊਟ ਕਰਕੇ ਤੁਸੀਂ ਆਪਣਾ ਪਲੀਜ਼ ਸਵਾਲ ਕਰ ਸਕਦੇ ਹੋ। ਮੇਰੇ ਖਿਆਲ 'ਚ ਆਵਾਜ਼ ਨਹੀਂ ਆ ਰਹੀ। ਦਲਜੀਤ ਸਿੰਘ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ। ਦਲਜੀਤ ਸਿੰਘ ਜੀ, ਹਾਂਜੀ ਹੈਲੋ, ਤੁਹਾਡੀ ਆਵਾਜ਼ ਆ ਰਹੀ ਹੈ ਜੀ, ਬੋਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੇਰੇ ਕੁਛ ਯਾਨੀ ਕਿ ਹਿੰਦੂ ਰਿਲੇਟਿਡ ਫਰੈਂਡਸ ਨੇ, ਮੈਂ ਆਸਟ੍ਰੇਲੀਆ ਵਾਂ, ਤੇ ਉਹ ਕੀ ਕਹਿੰਦੇ ਆ ਸਮਟਾਈਮਸ, ਕਿਉਂਕਿ ਉਹ ਕਹਿੰਦੇ ਅਸੀਂ ਗਵਰਨਮੈਂਟ ਨੂੰ ਪੂਰੀ ਸਪੋਰਟ ਕਰਦੇ ਆ, ਬਟ ਉਹਨਾਂ ਨੇ ਜਿੱਦਾਂ MSP ਨਹੀਂ ਲਿਆਂਦੀ ਹੈਗੀ ਤੇ ਉਹਦੇ ਕਰਕੇ ਉਹ ਉਹਨਾਂ ਨੇ ਗਲਤ ਕੀਤਾ ਹੈਗਾ ਵਾ। ਤੇ ਜੇ ਉਹ MSP ਲਿਆ ਦੇਣ ਤੇ ਕਿਸਾਨ ਕਿਉਂ ਨਹੀਂ ਮਨਜ਼ੂਰ ਕਰਦੇ ਹੈਗੇ? ਇਹ ਚੀਜ਼ ਦੇ ਉੱਤੇ ਕੁਛ ਐਕਸਪਲੇਨੇਸ਼ਨ ਦੇ ਸਕਦੇ ਮੇਰੇ ਫਰੈਂਡਸ ਨੂੰ, ਉਹ ਵੀ ਦੇਖਣ ਦੇ ਆਲਰੇਡੀ। ਤੁਹਾਡਾ ਸਵਾਲ ਤਿੰਨਾਂ ਕਾਨੂੰਨਾਂ ਬਾਰੇ ਹੈ ਜੀ? ਬਿਲਸ ਦੇ ਰਿਲੇਟਿਡ ਆ, ਕਹਿੰਦੇ ਵੀ ਜਿਹੜੇ ਆਪਣੇ ਬਿਲਸ ਆ, ਬਿਲਸ ਦੇ ਉੱਤੇ ਉਹਨਾਂ ਨੇ MSP ਨਹੀਂ ਨਾ ਦਿੱਤੀ ਹੋਈ, ਵੀ MSP ਰਿਟਰਨ ਦੇ ਵਿੱਚ ਨਹੀਂ ਦਿੱਤੀ ਸੀ, ਇਸੇ ਕਰਕੇ ਆਪਾਂ ਇਹਨਾਂ ਦੇ ਖਿਲਾਫ ਹੋਣਾ ਸ਼ੁਰੂ ਹੋਏ ਸੀ। ਤੇ ਉਹ ਕਹਿੰਦੇ ਵੀ ਉਹਨਾਂ ਦੀ ਗਲਤੀ ਆ ਵੀ MSP ਉਹਨਾਂ ਨੇ ਨਹੀਂ ਦਿੱਤੀ ਗਵਰਨਮੈਂਟ ਨੇ, ਬਟ ਹੁਣ ਗਵਰਨਮੈਂਟ ਕਹਿ ਰਹੀ ਆ ਵੀ ਅਸੀਂ MSP ਦਿੰਦੇ ਆ, ਤੇ ਫਿਰ ਵੀ ਕਿਸਾਨ ਕਿਉਂ ਨਹੀਂ ਮੰਨ ਰਹੇ? ਨਹੀਂ ਜੀ, ਸਿਰਫ MSP ਦਾ ਮਾਮਲਾ ਨਹੀਂ ਗਾ, ਇਹਦੇ ਤੇ ਰਾਜੇਵਾਲ ਸਾਹਿਬ ਤੁਹਾਨੂੰ ਜਵਾਬ ਦੇਣਗੇ। ਪੂਰਾ ਮਾਮਲਾ ਕੀ ਹੈ? ਦੇਖੋ, ਪੂਰਾ ਮਾਮਲਾ ਜਿਹੜਾ ਉਹ ਸ਼ੁਰੂ ਹੋਇਆ ਹੈ ਜਿਹੜੇ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ 3 ਕਾਨੂੰਨ ਬਣਾਏ ਨੇ, ਜਿਹੜਾ ਉਹਨਾਂ ਦਾ ਕੰਸਟੀਟਿਊਸ਼ਨਲੀ ਅਧਿਕਾਰ ਨਹੀਂ, ਸਟੇਟ ਸਬਜੈਕਟ ਹੈ ਐਗਰੀਕਲਚਰ। ਉਹਦੇ ਉੱਤੇ ਸਭ ਤੋਂ ਵੱਡਾ ਜਿਹੜਾ ਅੰਦੋਲਨ ਉਹ ਉਹਨਾਂ 3 ਮੰਗਾਂ ਆਰਡੀਨੈਂਸਿਸ ਨੂੰ, ਫਿਰ ਜਿਹੜੇ ਬਾਅਦ ਚ ਬਿੱਲ, ਫਿਰ ਐਕਟ ਬਣੇ, ਉਹਨਾਂ ਨੂੰ ਵਾਪਸ ਕਰਾਉਣ ਦਾ। MSP ਦਾ ਉਹ ਤੇ ਬਾਅਦ ਦਾ ਸਵਾਲ ਹੈ। MSP ਦਾ ਤਾਂ ਇਸ ਕਰਕੇ ਵੀ ਕਹਿ ਸਕਦੇ ਹਾਂ ਵੀ ਪੰਜਾਬ ਹਰਿਆਣਾ 2 ਸਟੇਟਾਂ ਨੇ ਜਿਨ੍ਹਾਂ ਨੇ ਸਾਰਾ ਪ੍ਰੋਕਿਉਰਮੈਂਟ ਦਾ ਇਹਨੂੰ ਇੰਪਲੀਮੈਂਟੇਸ਼ਨ ਦਾ MSP ਨੂੰ ਇਹਦਾ ਜਿਹੜਾ ਮੰਡੀ ਡਿਵੈਲਪ ਕੀਤੀ ਹੈ, ਬਾਕੀ ਕਿਸੇ ਸਟੇਟ ਨੇ ਨਹੀਂ ਕੀਤੀ। ਉਹ ਪੰਜਾਬ ਔਰ ਹਰਿਆਣੇ ਦੇ ਲੋਕਾਂ ਦਾ ਕਸੂਰ ਨਹੀਂ, ਉਹ ਭਾਰਤ ਸਰਕਾਰ ਦਾ ਕਸੂਰ ਹੈ ਜਾਂ ਉੱਥੇ ਦੀਆਂ ਸਟੇਟਾਂ ਦਾ ਕਸੂਰ ਹੈ ਜਿੱਥੇ ਸਿਸਟਮ ਡਿਵੈਲਪ ਨਹੀਂ ਹੋਇਆ। ਉਹਦਾ ਸੰਬੰਧ ਨਹੀਂ ਸਿਰਫ ਇਹ ਤਾਂ ਸਰਕਾਰ ਗੱਲ ਨੂੰ ਘੁਮਾਉਣ ਵਾਸਤੇ ਕੱਲੇ MSP ਤੇ ਲਿਆਉਣਾ ਚਾਹੁੰਦੀ ਹੈ। ਸਭ ਤੋਂ ਵੱਡੀ ਸਮੱਸਿਆ ਜਿਹੜੀ ਸਾਡੇ ਲਈ ਆ ਉਹ ਇਹ ਵੀ ਇਹ ਕਾਨੂੰਨ ਜਿਹੜੇ ਲਿਆਂਦੇ ਨੇ, ਜੇ ਇਹ ਅੱਜ ਰਹਿ ਜਾਂਦੇ ਨਾ, ਸਟੇਟਾਂ ਦੇ ਕੋਲ ਕੁਝ ਨਹੀਂ ਰਹਿਣਾ, ਤੇ ਫਿਰ ਇੱਥੇ ਕਾਰਪੋਰੇਟ ਐਗਰੀਕਲਚਰ ਲਈ ਇੱਕ ਰਸਤਾ ਖੁੱਲ ਜਾਣਾ ਹੈ। ਤੇ ਬਿਲਕੁਲ ਉਹਨਾਂ ਦੇਸ਼ਾਂ ਵਾਂਗ ਜਿੱਥੇ ਪਹਿਲਾਂ ਇਹ ਮਾਡਲ ਫੇਲ ਹੋ ਚੁੱਕਾ ਡਿਵੈਲਪ ਕੰਟਰੀਜ਼ ਦੇ ਵਿੱਚ, ਈਵਨ ਅਮਰੀਕਾ ਦੇ ਵਿੱਚ 80% ਜ਼ਮੀਨ ਜਿਹੜੀ ਆ ਉਹ ਕਾਰਪੋਰੇਟ ਹਾਊਸਿਸ ਕੋਲ ਚਲੀ ਗਈ ਹੈ। ਇਹਦਾ ਆਮ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਇਆ। ਜਿੱਥੇ ਬਹੁਤ ਹੈਵੀਲੀ ਸਬਸਿਡਾਈਜ਼ਡ ਖੇਤੀ ਆ ਉਹ ਵੀ ਨਹੀਂ ਬਚ ਸਕੀ। ਸਾਡੇ ਤਾਂ ਅਸੀਂ ਸਬਸਿਡੀ ਦੇ ਮਾਮਲੇ 'ਚ ਵੀ ਨੈਗੇਟਿਵ ਸਬਸਿਡੀ ਚੱਲ ਰਹੇ ਹਾਂ, ਤਾਂ ਇੱਥੇ ਖੇਤੀ ਕਿਸੇ ਤਰ੍ਹਾਂ ਸਰਵਾਈਵ ਨਹੀਂ ਕਰਨੀ। ਸਾਡੇ ਕੋਲ ਤਾਂ 86% ਫਾਰਮਰਸ ਦੇ ਕੋਲ 5 ਏਕੜ ਤੋਂ ਘੱਟ ਦੀ ਜ਼ਮੀਨ ਦੀ ਮਾਲਕੀ ਹੈ। ਜਿੰਨੀ ਦੇਰ ਤੱਕ ਇਹ ਐਕਟ ਵਾਪਸ ਨਹੀਂ ਹੁੰਦੇ, ਉਨੀ ਦੇਰ ਤੱਕ ਬਾਕੀ ਦੀਆਂ ਗੱਲਾਂ ਜਿਹੜੀਆਂ ਉਹ ਛੋਟੀਆਂ ਨੇ, ਉਹ ਮਾਨੇ ਨਹੀਂ ਰੱਖਦੀਆਂ। ਮੇਨ ਲੜਾਈ ਜਿਹੜੀ ਖੜੀ ਹੈ ਉਹ 3 ਐਕਟਸ ਦੇ ਉੱਤੇ ਹੈ। ਸਰਕਾਰ ਅਵੋਇਡ ਕਰਨ ਵਾਸਤੇ ਕਦੇ MSP ਦਾ ਬਹਾਨਾ ਕੱਢ ਲੈਂਦੀ ਹੈ, ਕਦੇ ਕੋਈ ਹੋਰ ਨਵੀਂ ਕਹਾਣੀ ਪਾ ਦਿੰਦੀ ਹੈ, ਅਸੀਂ ਸੋਧਾਂ ਕਰਨ ਲਈ ਤਿਆਰ ਹਾਂ। ਰਿਐਲਿਟੀ ਇਹ ਨਹੀਂ, ਰਿਐਲਿਟੀ ਇਹੀ ਹੈ ਵੀ ਜਦੋਂ ਤੱਕ ਉਹ ਐਕਟ ਵਾਪਸ ਨਹੀਂ ਹੁੰਦੇ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਰਾਜੇਵਾਲ ਸਾਹਿਬ ਜੀ ਨੇ ਤੁਹਾਡੀ ਗੱਲ ਦਾ ਜਵਾਬ ਦਿੱਤਾ। ਇਹਦੇ ਨਾਲ ਇੱਕ ਮੈਂ ਗੱਲ ਹੋਰ ਕਹਿਣੀ ਚਾਹਾਂਗਾ ਕਿ ਤੁਸੀਂ ਦੇਖਦੇ ਹੋ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਵੱਡੇ ਫਾਰਮ ਬਣੇ ਹੋਏ ਨੇ, 20,000 ਕਿੱਲੇ ਦਾ, 30,000 ਕਿੱਲੇ ਦਾ, 40,000 ਕਿੱਲੇ ਦਾ, ਔਰ ਉਹੀ ਹੁਣ ਜਿਹੜੀ ਕਾਰਪੋਰੇਟ ਖੇਤੀ ਆ ਇਸ ਮੁਲਕ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 86% ਕਿਸਾਨੀ ਇਸ ਮੁਲਕ ਦੀ ਛੋਟੀ ਤੇ ਦਰਮਿਆਨੀ ਕਿਸਾਨੀ ਹੈ, ਜਿਹਨੂੰ ਇਹ ਬਰਬਾਦ ਕਰ ਦੇਣਗੇ। ਸਾਡੇ ਤਾਂ ਪਹਿਲਾਂ ਇੱਥੇ ਇੰਡਸਟਰੀ ਨਹੀਂ ਹੈਗੀ, ਹੋਰ ਕੋਈ ਨੌਕਰੀ ਨਹੀਂ ਹੈਗੀ, ਸਿਰਫ ਲੋਕਾਂ ਦੀ ਰੋਜੀ ਰੋਟੀ ਦਾ ਵੱਡਾ ਵਸੀਲਾ ਖੇਤੀ ਆ। ਹੁਣ ਇਹਨੂੰ ਜਿਹੜਾ ਤਬਾਹ ਕਰਨ ਜਾ ਰਹੇ, ਇਸ ਕਰਕੇ ਇਸ ਦੇਸ਼ ਨੂੰ ਬਚਾਉਣ ਦੀ, ਕਿਸਾਨੀ ਨੂੰ ਬਚਾਉਣ ਦੀ ਲੜਾਈ ਹੈ, ਜਿਸ ਕਰਕੇ ਅਸੀਂ 3 ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਾਂ।
ਤੇ ਹੁਣ ਮੈਂ ਡਾਕਟਰ ਅਮਰਿੰਦਰ ਸਿੰਘ ਕਲੇਰ ਉਹਨਾਂ ਨੂੰ ਬੇਨਤੀ ਕਰੂ ਆਪਣਾ ਸਵਾਲ ਲੈ ਲੈਣ। ਡਾਕਟਰ ਸਾਹਿਬ ਤੁਸੀਂ ਸਵਾਲ ਕਰ ਸਕਦੇ ਹੋ ਜੀ। ਪਲੀਜ਼ ਅਨਮਿਊਟ ਕਰਕੇ ਸਵਾਲ ਕਰ ਲਓ ਜੀ। ਆਵਾਜ਼ ਨਹੀਂ ਆ ਰਹੀ। ਗੁਰਦਰਸ਼ਨ ਸਿੰਘ ਜੀ। ਹਾਂਜੀ ਸਰ, ਰਜਿੰਦਰ ਸਿੰਘ ਜੀ, ਮੇਰਾ ਕੁਐਸਚਨ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਸਰਕਾਰ ਨੇ ਸਾਰਾ ਜ਼ੋਰ ਲਾਇਆ ਹੋਇਆ ਵਾ ਕਿ ਬਦਨਾਮ ਕਰਨਾ ਹੈ ਇਹਨਾਂ ਨੂੰ, ਸਿੱਖਾਂ ਵਰਸਸ ਹਿੰਦੂ ਆਪਾਂ ਮੈਟਰ ਬਣਾਉਣਾ ਵਾ, ਕਿ ਹੁਣ ਅਸੀਂ ਵੀ ਜ਼ੋਰ ਇਸ ਚੀਜ਼ ਦੇ ਉੱਤੇ ਦਈਏ ਕਿ ਇਹਨੂੰ ਸਾਂਝੀਵਾਲਤਾ ਦਾ ਜਾਂ ਸਭ ਨੂੰ ਇੱਕ ਕਰਕੇ ਚੱਲਣ ਦਾ ਇੱਥੇ ਇੱਕ ਪਲੇਟਫਾਰਮ ਬਣਾਇਆ ਜਾਵੇ। ਬਿਲਕੁਲ ਜੀ, ਅਸੀਂ ਇਸੇ ਪਾਸੇ ਜ਼ੋਰ ਲਾ ਰਹੇ ਹਾਂ ਜੀ। ਇਹ ਤਾਂ ਪੂਰੇ ਦੇਸ਼ ਦਾ ਅੰਦੋਲਨ ਆ, ਇਹ ਕਿਸੇ ਇੱਕ ਧਰਮ ਦਾ ਨਹੀਂ, ਇੱਕ ਖਿੱਤੇ ਦਾ ਨਹੀਂ। ਇਹ ਗੱਲ ਤਾਂ ਸਾਬਤ ਹੋ ਚੁੱਕੀ ਆ। ਅਸੀਂ ਹੋਰ ਵੀ ਇਸ ਪਾਸੇ ਯਤਨ ਜਾਰੀ ਰੱਖਾਂਗੇ। ਅੱਗੇ ਪ੍ਰਦੀਪ ਸਿੰਘ ਜੀ, ਤੁਸੀਂ ਸਵਾਲ ਕਰ ਸਕਦੇ ਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਾਜੇਵਾਲ ਸਾਹਿਬ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਪੁੱਛਣਾ ਹੈ ਕਿ ਜੇ ਗਵਰਨਮੈਂਟ ਆਪਾਂ ਨੂੰ ਇਸ ਤਰ੍ਹਾਂ ਕਹਿ ਰਹੀ ਹੈ, ਜਿਹੜੀਆਂ ਹੁਣ ਉਹ ਗਵਰਨਮੈਂਟ ਕਹਿ ਰਹੀ ਅਸੀਂ ਅਮੈਂਡਮੈਂਟ ਕਰ ਰਹੇ ਹਾਂ, ਪਲੱਸ ਉਹ MSP ਗਰੰਟਿਡ ਕਾਨੂੰਨ ਬਣਾਵੇ, ਤਾਂ ਕੀ ਆਪਾਂ ਨੂੰ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਜਾਂ ਨਹੀਂ? ਮੈਂ ਪ੍ਰੇਮ ਸਿੰਘ ਭੰਗੂ ਜੀ ਨੂੰ ਕਹੂੰਗਾ ਕਿ ਇਸ ਸਵਾਲ ਦਾ ਜਵਾਬ। ਦੇਖੋ ਜੀ, ਇਸ ਤਰ੍ਹਾਂ ਹੈ, ਤੁਸੀਂ ਸਵਾਲ ਬੜਾ ਮਹੱਤਵਪੂਰਨ ਕੀਤਾ ਹੈ। ਅਸੀਂ MSP ਲਈ ਵੱਖਰਾ ਕਾਨੂੰਨ ਜ਼ਰੂਰ ਮੰਗਦੇ ਹਾਂ, ਕਿਉਂਕਿ MSP ਔਰ ਸਟੇਟ ਪ੍ਰੋਕਿਊਰਮੈਂਟ ਇਹ ਖੇਤੀਬਾੜੀ ਦੀ ਲਾਈਫ ਲਾਈਨ ਹੈ। ਇਸ ਲਈ ਪਰ ਜਿੰਨੇ ਤਿੰਨੇ ਐਕਟ ਬਣੇ ਨੇ, ਇਹ ਤਿੰਨੇ ਐਕਟ ਸੂਬਿਆਂ ਦੇ ਅਧਿਕਾਰ ਤੇ ਬੜਾ ਛਾਪਾ ਨੇ, ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ ਔਰ ਕੰਕਰੈਂਟ ਲਿਸਟ ਦੇ ਵਿੱਚ ਜਿਹੜੀ ਐਂਟਰੀ ਨੂੰ ਯੂਜ਼ ਕਰਕੇ ਉਹਨਾਂ ਨੇ ਕਾਨੂੰਨ ਬਣਾਏ ਨੇ ਜੋ ਫੈਡਰਲ ਢਾਂਚੇ ਦੇ ਖਿਲਾਫ ਹੈ। ਇਸ ਲਈ ਅਸੀਂ ਸਾਡਾ ਮੇਨ ਇਹ ਹੈ ਵੀ ਉਹ ਤਿੰਨੇ ਕਾਨੂੰਨ ਜੋ ਬਣੇ ਨੇ ਖੇਤੀਬਾੜੀ ਦਾ ਨਿੱਜੀਕਰਨ ਕਰਨ ਲਈ, ਖੇਤੀਬਾੜੀ ਨੂੰ ਕਾਰਪੋਰੇਟ ਵੱਡੇ ਘਰਾਣੇ ਦੇ ਹਵਾਲੇ ਕਰਨ ਲਈ, ਖੇਤੀਬਾੜੀ ਵਿੱਚੋਂ ਬਹੁਤ ਸੰਮਤੀ ਲੋਕ ਜਿਵੇਂ ਰਾਜੇਵਾਲ ਸਾਹਿਬ ਨੇ ਕਿਹਾ 86% ਲੋਕਾਂ ਨੂੰ ਬੇਦਖਲ ਕਰਨ ਲਈ ਉਹਨਾਂ ਦੇ ਫਾਰਮਾਂ 'ਚ ਕੰਮ ਕਰਨ, ਜਾਂ ਉਹਨਾਂ ਨੂੰ ਇਸ ਕਿਸਮ ਦਾ ਨਿੱਜੀਕਰਨ ਕਰਕੇ ਐਡੇ ਵੱਡੇ ਸੈਕਟਰ ਨੂੰ ਜਿਹੜਾ ਸੋਰਸ ਆਫ ਇੰਪਲਾਇਮੈਂਟ ਹੈ, ਅੰਨਦਾਤਾ ਵੀ ਹੈ, ਤੁਸੀਂ ਐਡੇ ਵੱਡੇ ਸੈਕਟਰ ਨੂੰ ਦੇ ਹਵਾਲੇ ਕਰਨਾ ਚਾਹੁੰਦੇ ਤਾਂ ਖੇਤੀਬਾੜੀ ਵੀ ਬਰਬਾਦ ਹੋਣੀ ਹੈ, ਦੇਸ਼ ਦੀ ਆਰਥਿਕਤਾ ਹੀ ਬਰਬਾਦ ਹੋਣੀ ਹੈ। ਐਟ ਦਾ ਸੇਮ ਟਾਈਮ ਸਾਡਾ ਇਹ ਹੈ, ਕਿਉਂਕਿ ਇਹਨਾਂ ਦੇ ਵਿੱਚ MSP ਦਾ ਕਿਤੇ ਕੋਈ ਜ਼ਿਕਰ ਹੈ ਨਹੀਂ। MSP ਔਰ ਸਰਕਾਰੀ ਖਰੀਦ ਕਿਉਂਕਿ ਲਾਈਫ ਲਾਈਨ ਹੈ, ਉਸ ਲਈ ਵੱਖਰਾ ਕਾਨੂੰਨ ਬਣੇ, ਇਹ ਲੀਗਲੀ ਇਨਫੋਰਸੇਬਲ ਹੋਵੇ। ਸਾਰੀਆਂ ਐਗਰੀਕਲਚਰ ਪ੍ਰੋਡਿਊਸਰ ਨੇ ਜਿਹੜੀਆਂ ਉਹਨਾਂ ਦੀ MSP ਐਜ਼ ਪਰ ਡਾਕਟਰ ਸਵਾਮੀਨਾਥਨ ਰਿਪੋਰਟ ਹੋਵੇ ਔਰ ਸਟੇਟ ਪ੍ਰੋਕਿਊਰਮੈਂਟ ਦੀ ਗਰੰਟੀ ਹੋਵੇ। ਇਹ ਸਾਡੀ ਸਪੈਸੀਫਿਕ ਡਿਮਾਂਡ ਹੈ, ਇਸ ਲਈ ਅਸੀਂ ਲੜ ਰਹੇ ਹਾਂ। ਧੰਨਵਾਦ। हाँ जी, पीयूष जी अपना सवाल करेंगे, तो उससे पहले मैं अपने पैनलिस्ट से बेनती करूंगा कि अब तो हिंदी में बात की जाए, ये काफी लोग डिमांड कर रहे हैं। हाँ जी, पीयूष जी। Hello, thank you guys. I'm going to speak in English so that everybody can understand this, although I'm from Punjab. So I have a few pointers, but main point is this is being seen as farmers' protest. But if we look at the Essential Commodities Act amendment, then it's basically people's protest, because they'll be storing food, the prices will be controlled, the food quality is going to degrade. Like we have seen that peas are like stored for years and years and being sold into the market in packets while it is not available freshly, right? So this is the main point, that currently it is being seen as farmers protest, but how can we make it people's protest? Because one can label farmers, but one cannot label every individual as not non-Indian. If the kind of motion that is going on, like I have read these acts, I've tried to understand these acts. So now I am completely convinced that if these stay, then it is going to create a hell lot of a problem for me as an individual.
So what are we trying to do for this? I have several other pointers. Shall I raise these right now, or like I'll be given a chance after this? Prem Singh Panguji will answer your question. Mr. Bansali, you have raised very significant points. So far as the acts are concerned, we have already explained that these acts have been enacted during coronavirus when there was no need at all. And it was never demand of the farmers at large that such acts be enacted in our favor. They are not going to benefit us, or they are not going to make any profit for the agriculture. That is why we in one voice, not only Punjab, but all over India, this is now become as India protest, not Punjab, and all section of society, they have joined. That is why this has become the people's movement now. We are demanding that these acts be repealed on the ground, that they are going to privatize the agriculture, they are going to uh, snatch the rights of the state or attack on the federal system of our country. No constitution, no provision allows the central government to enact any laws on the state subject, which is agriculture in the state purview. So that is why we are of this view. The another question which you have asked, this is about the agitation. Agitation is day by day gaining momentum. You have already noted from the media also, from the electronic, from the print media also, not only India, but world over. People gradually, all the countries, all Indians settled abroad, they are coming in the support of farmers. So this has become the worldwide movement, and this people voice has become the voice of farmers in our favor. So we feel that this is a unique movement world over. Never you have seen that such a peaceful movement for so a long time, for the last 6 months in Punjab. Now at the borders of Delhi, we are gradually fighting. So we feel that the government should read writing on the walls. People are against these acts and they should repeal it, respecting the sentiments of people. Thank you very much. Mr. Goel, I want to add something to it. As you said that the Essential Commodities Amendment Act will affect everybody in the country. I agree with you. This will not only affect everybody, but actually defect actually this will break the whole fabric of the rural society. You see, in Punjab and Haryana, we have succeeded in educating the general masses. It's not a campaign from the farmer side only. Every section of society is supporting us. They are coming to this to the site of the dharna around Delhi, Kundli, Tikri, and other borders. I think everybody in the country will have to come out to support us, because Essential Commodities Act enables the profiteers, holders to hold the stocks to their sweet will, with no stock limit, no check on them. So they will definitely squeeze the whole economy. So I think you have raised a very significant question. Everybody is supposed to join this agitation. I think people are joining gradually. People are understanding this. You see the Dailyites, they are daily coming to the site of the agitation. They are supporting us. So thank you very much. I would like that you also appeal to all your all people in your circle to think on the lines. Thank you very much. ਵੀਰ ਦਵਿੰਦਰ ਸਿੰਘ ਗਿੱਲ, ਵੀਰ ਦਵਿੰਦਰ ਸਿੰਘ ਗਿੱਲ ਜੀ, ਤੁਸੀਂ ਸਵਾਲ ਕਰ ਸਕਦੇ ਹੋ। ਵੀਰਵਿੰਦਰ ਜੀ ਪਲੀਜ਼ ਅਨਮਿਊਟ ਕਰਕੇ ਤੁਸੀਂ ਸਵਾਲ ਕਰ ਸਕਦੇ ਹੋ। ਨਹੀਂ ਆ ਰਹੇ।
ਹਰਕੀਰਤ ਜੀ, ਹਰਕੀਰਤ ਕੌਰ ਜੀ। ਹਰਕੀਰਤ ਕੌਰ ਜੀ, ਤੁਸੀਂ ਅਨਮਿਊਟ ਕਰਕੇ ਸਵਾਲ ਕਰ ਸਕਦੇ ਹੋ। हेलो, ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੀ। आ रही है आवाज ਤੁਹਾਨੂੰ? हेलो, ਹਾਂਜੀ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਸਤਿ ਮੈਂ ਸ਼੍ਰੀ ਇੱਕ ਅਕਾਲ ਗੱਲ ਜੀ। ਪੁੱਛਣੀ ਸੀਗੀ ਕਿ ਇੰਨਾ ਪ੍ਰੋਟੈਸਟ ਹੋ ਰਿਹਾ, ਸਭ ਕੁਝ ਹੋ ਰਿਹਾ। ਮੈਂ ਐਕਚੁਅਲੀ ਪੰਜਾਬ ਤੋਂ ਬਾਹਰ ਹਾਂ, ਪਰ ਮੈਂ ਬੇਸਿਕਲੀ ਅੰਮ੍ਰਿਤਸਰ ਤੋਂ ਹਾਂ। ਬਟ ਮੈਂ ਇੱਕ ਗੱਲ ਪੁੱਛਣੀ ਹੈ, ਇੰਨਾ ਐਜੀਟੇਸ਼ਨ ਹੋ ਰਿਹਾ, ਇੰਨਾ ਕੁਝ ਹੋ ਰਿਹਾ, ਇੰਨੀ ਹੇਟਡਨੈਸ ਹੋ ਰਹੀ ਹੈ ਅਮੰਗ ਦ ਸੋਸਾਇਟੀ, ਉਹਨੂੰ ਕਿਵੇਂ ਓਵਰਕਮ ਕੀਤਾ ਜਾ ਸਕਦਾ? ਬਿਕਾਜ਼ ਇੱਥੇ ਮੈਂ ਬਿਹਾਰ ਚ ਇੱਥੇ ਨੋਬਡੀਜ਼ ਲਾਈਕ ਏਦਾਂ ਹੈ ਕਿ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਕਿ ਇਹ ਪ੍ਰੋਟੈਸਟ ਸਹੀ ਹੈ। ਬਿਕਾਜ਼ ਮੈਂ ਜੋ ਜਿੱਥੇ ਕੰਮ ਕਰ ਰਹੀ ਹਾਂ, ਦੇਖ ਰਹੀ ਹਾਂ, ਤੇ ਮੈਨੂੰ ਤਾਂ ਐਂ ਫੀਲ ਹੋ ਰਿਹਾ ਇੱਥੇ ਕਿ ਉੱਥੇ ਪੰਜਾਬੀ ਹੀ ਕਰ ਰਹੇ ਨੇ ਸਿਰਫ। ਮਤਲਬ ਇਹ ਸੁਣਨ ਨੂੰ ਆਉਂਦਾ ਹੈ ਹਮੇਸ਼ਾ ਮੈਨੂੰ ਇੱਥੇ। ਮੈਂ ਡੱਲੇਵਾਲ ਜੀ ਨੂੰ ਬੇਨਤੀ ਕਰੂੰਗਾ ਇੱਥੇ ਗੱਲ ਕਰਨ। ਇਹਨਾਂ ਦਾ ਸਵਾਲ ਹੈ ਕਿ ਸਿਰਫ ਲੱਗ ਰਿਹਾ ਕਿ ਸਿਰਫ ਪੰਜਾਬੀ ਕਰ ਰਹੇ ਆ। ਸਵਾਲ ਕਲੀਅਰ ਹੋ ਗਿਆ। ਹਾਂ, ਅਕੀਰਤ ਜੀ ਸਵਾਲ ਰਿਪੀਟ ਕਰਿਓ ਆਪਣਾ ਪਲੀਜ਼, ਤੁਹਾਡੀ ਆਵਾਜ਼ ਘੱਟ ਸੀ। ਬੀਬਾ ਹਰਕੀਰਤ ਕੌਰ ਜੀ, ਆਪਣਾ ਕੁਐਸਚਨ ਇੱਕ ਵਾਰੀ ਫਿਰ ਰਿਪੀਟ ਕਰ ਦਿਓ ਤਾਂ ਕਿ ਪਤਾ ਲੱਗ ਜੇ ਕਲੀਅਰ ਕਿ ਤੁਹਾਡਾ ਸਵਾਲ ਕੀ ਹੈ। ਸਵਾਲ ਮੇਰਾ ਇਹ ਸਰ ਕਿ ਸੋਸ਼ਲ ਮੀਡੀਆ ਪਲੇਟਫਾਰਮ ਹੀ ਜਿਵੇਂ ਆਪਣਾ ਵੀ ਹੈ ਡਿਜੀਟਲ ਕਿਸਾਨ ਮੋਰਚਾ, ਇਸ ਤਰ੍ਹਾਂ ਵੈਸੇ ਵੀ ਆਰਟਿਸਟ ਮਾਫੀ ਚਾਹੁੰਦੇ, ਤੁਹਾਡੀ ਆਵਾਜ਼ ਨਹੀਂ ਅਸੀਂ ਸੁਣ ਪਾ ਰਹੇ ਗੇ। ਤੁਸੀਂ ਪਲੀਜ਼ ਹਰਕੀਰਤ ਕੌਰ ਜੀ ਲਾਈਨ ਤੇ ਰਹੋ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਸਵਾਲ ਦਾ ਜਵਾਬ ਬਿਲਕੁਲ ਦੇਵਾਂਗੇ। ਜੀ ਹਰਕੀਰਤ ਕੌਰ ਜੀ, ਤੁਸੀਂ ਸਵਾਲ ਕਰੋ। ਮੈਂ ਸਟ੍ਰੈਟਜੀ ਪੁੱਛ ਰਹੀ ਹਾਂ, ਇਹ ਪ੍ਰੋਟੈਸਟ ਦੀ ਸਟ੍ਰੈਟਜੀ ਕੀ ਹੈਗੀ? ਇੱਥੇ ਬੈਠੇ ਰਹਿਣਾ ਹੀ ਸਟ੍ਰੈਟਜੀ ਹੈ ਕਿਆ ਸਰ? ਸਟ੍ਰੈਟਜੀ ਪੁੱਛੀ। ਅਸੀਂ ਤੁਹਾਡਾ ਸਵਾਲ ਸਮਝ ਗਏ। ਹਾਂਜੀ 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 ਸਰ। ਦੇਖੋ ਬੀਬਾ ਹਰਕੀਰਤ ਕੌਰ ਜੀ, ਜਿਹੜੀ ਇਸ ਅੰਦੋਲਨ ਦੀ ਤੁਸੀਂ ਸਟ੍ਰੈਟਜੀ ਦੀ ਗੱਲ ਕਰਦੇ ਹੋ, ਇਹ ਜਿਹੜਾ ਇੱਥੇ ਬੈਠੇ ਨੇ ਨਾ ਇੰਨੇ ਵੱਡੀ ਗਿਣਤੀ ਦੇ ਵਿੱਚ ਲੋਕ, ਇਹ ਪੀਸਫੁਲੀ ਅੰਦੋਲਨ ਜਿਹੜਾ ਚੱਲ ਰਿਹਾ ਹੈ, ਇਹ ਵਰਲਡ ਦੇ ਵਿੱਚ ਇਸ ਅੰਦੋਲਨ ਦੇ ਜ਼ਰੀਏ ਸਰਕਾਰ ਦੇ ਉੱਤੇ ਦਬਾਅ ਬਣਿਆ ਹੋਇਆ ਹੈ। ਔਰ ਇਸ ਅੰਦੋਲਨ ਨੂੰ ਹਮੇਸ਼ਾ ਲੰਬੀ ਜ਼ਿੰਦਗੀ ਦੇ ਜਿਹੜੇ ਐਕਸਪੀਰੀਅੰਸ ਦੇ ਉਹਦੇ ਵਿੱਚੋਂ ਇਹੀ ਗੱਲ ਨਿਕਲ ਕੇ ਬਾਹਰ ਆਈ ਹੈ ਕਿ ਅੰਦੋਲਨ ਹਮੇਸ਼ਾ ਪੀਸਫੁਲੀ ਲੜਿਆ ਜਾ ਰਿਹਾ, ਜਿਹੜਾ ਅੰਦੋਲਨ ਆ ਉਹੀ ਸਫਲ ਹੁੰਦੇ ਆ। ਔਰ ਉਸ ਸਿਸਟਮ ਦੇ ਅਨੁਸਾਰ ਸਾਰੇ ਅਸੀਂ ਰਲ ਮਿਲ ਕੇ ਇਸ ਅੰਦੋਲਨ ਨੂੰ ਲੜਨ ਦਾ ਯਤਨ ਕਰ ਰਹੇ ਹਾਂ। ਇੱਕ ਮੈਨੂੰ ਐ ਲੱਗਾ ਸੀਗਾ ਜਦੋਂ ਤੁਸੀਂ ਸਵਾਲ ਕਰ ਰਹੇ, ਤੁਹਾਡੇ ਸਵਾਲ ਦੇ ਵਿੱਚ ਇੱਕ ਗੱਲ ਇਹ ਆ ਰਹੀ ਸੀ ਵੀ ਇਕੱਲੇ ਪੰਜਾਬੀ ਲੱਗ ਰਹੇ ਹੋ, ਨਜ਼ਰ ਆ ਰਹੇ ਹੋ। ਦੇਖੋ ਕਿਤੇ ਬਿਲਕੁਲ ਇਹੋ ਜਿਹੀ ਗੱਲ ਨਹੀਂ ਹੈ, ਇਕੱਲੇ ਪੰਜਾਬੀ ਨਹੀਂ ਲੜ ਰਹੇ, ਸਾਡੇ ਨਾਲ ਹਰਿਆਣਾ ਵੀ ਬੈਠਾ, ਸਾਡੇ ਵਿੱਚ ਹੀ ਬੈਠਾ ਹੈ, ਨਾਲ ਅਗਲੇ ਪਾਸੇ ਸਾਡਾ ਮੱਧ ਪ੍ਰਦੇਸ਼ ਬੈਠਾ, ਯੂਪੀ ਦੇ ਲੋਕ ਆਪਣੀ ਇੱਕ ਗਾਜੀਪੁਰ ਬਾਰਡਰ ਦੇ ਉੱਤੇ ਬੈਠੇ ਨੇ, ਰਾਜਸਥਾਨ ਤੇ ਹਰਿਆਣਾ ਇਧਰਲੇ ਪਾਸੇ ਜੈਪੁਰ ਵਾਲੀ ਰੋਡ ਦੇ ਉੱਤੇ ਬੈਠੇ ਨੇ। ਸਾਰੇ ਦੇ ਸਾਰੇ ਜਿਵੇਂ ਪਲਵਲ ਹੈ, ਪਲਵਲ ਮੱਧ ਪ੍ਰਦੇਸ਼ ਦੇ ਲੋਕਾਂ ਨੇ ਆ ਕੇ ਉਹਨਾਂ ਕਿਸਾਨਾਂ ਨੇ ਉਹਨੂੰ ਮਤਲਬ ਬੰਦ ਕੀਤਾ ਹੋਇਆ। ਇਹ ਸਾਰੇ ਦਾ ਸਾਰਾ ਅੰਦੋਲਨ ਹੈ ਜਿਹੜਾ ਪੂਰੇ ਦੇਸ਼ ਵੱਲੋਂ ਲੜਿਆ ਜਾ ਰਿਹਾ। ਬਾਹਰਲੀਆਂ ਸਟੇਟਾਂ ਦੇ ਵਿੱਚ ਜਿਹੜੇ ਦੂਰ ਨੇ, ਉਹ ਆਪਣੀਆਂ ਸਟੇਟਾਂ ਦੇ ਵਿੱਚ ਆਪਦੇ ਢੰਗ ਨਾਲ, ਕਿਉਂਕਿ ਦੂਰ ਬਹੁਤ ਨੇ, ਇਸ ਵੇਲੇ ਬਹੁਤ ਸਾਰਾ ਉਹਨਾਂ ਨੂੰ ਟਰਾਂਸਪੋਰਟ ਦਾ ਪ੍ਰੋਬਲਮ ਆਉਂਦੀ ਹੈ, ਉਹ ਆਪਣੀਆਂ ਸਟੇਟਾਂ ਦੇ ਵਿੱਚ ਅੰਦੋਲਨ ਲੜ ਰਹੇ ਨੇ। ਔਰ ਇਹ ਐਸੀ ਗੱਲ ਨਹੀਂ ਹੈ ਕੋਈ ਇਕੱਲਾ ਮਤਲਬ ਪੰਜਾਬ ਦੱਸ ਰਿਹਾ। ਇਹ ਠੀਕ ਹੈ ਗੱਲ ਤੁਹਾਡੀ ਕਿ ਪੰਜਾਬ ਦੇ ਵਿੱਚ ਇੱਕ ਗੱਲ ਤਾਂ ਤੁਸੀਂ ਵੀ ਸਮਝਦੇ ਹੋ ਨਾ ਕਿ ਜਿਸ ਵੇਲੇ ਆਪਾਂ ਆਜ਼ਾਦੀ ਦੀ ਲੜਾਈ ਲੜੀ ਆ, ਉਸ ਵੇਲੇ ਵੀ ਪੰਜਾਬ ਮੋਹਰੀ ਰਿਹਾ ਤੇ ਅੱਜ ਵੀ ਪੰਜਾਬ, ਭਾਵੇਂ ਸਮਾਂ ਪਹਿਲਾ ਸਮਾਂ ਰਹਿੰਦੇ, ਜਿਵੇਂ ਰਾਜੇਵਾਲ ਜੀ ਨੇ ਦੱਸਿਆ ਕਿ ਅੰਦੋਲਨ ਬਹੁਤ ਸਿਰਫ ਪਹਿਲਾਂ ਅਗੇਤਰਾ ਸ਼ੁਰੂ ਹੋਇਆ, ਜਿਹਦੇ ਕਰਕੇ ਪੰਜਾਬ ਦੀ ਵੱਡੀ ਗਿਣਤੀ ਸ਼ਾਮਲ ਹੋਈ ਹੈ ਇਹਦੇ ਵਿੱਚ, ਔਰ ਘੱਟ ਦੂਸਰੇ ਵੀ ਨਹੀਂ, ਸਾਰੇ ਮਿਲ ਕੇ ਅਸੀਂ ਇਸ ਅੰਦੋਲਨ ਨੂੰ ਲੜ ਰਹੇ ਹਾਂ। ਮੈਂ ਸਿਰਫ ਇੱਕੋ ਗੱਲ ਐਡ ਕਰਨੀ ਚਾਹੂੰਗਾ ਕਿ ਸਿਰਫ ਇੱਥੇ ਧਰਨਾ ਨਹੀਂ ਲਾ ਕੇ ਬੈਠੇ, ਪੰਜਾਬ 'ਚ ਲੋਕ ਜੀਓ ਦੇ ਜਿਹੜੇ ਟਾਵਰ ਹੈਗੇ ਆ, ਉਹਨਾਂ ਦੇ ਪਿੰਡਾਂ 'ਚੋਂ ਕਨੈਕਸ਼ਨ ਕੱਟ ਰਹੇ ਹੈਗੇ ਆ, ਜੀਓ ਦੇ ਸਿਮ ਸਿੱਟ ਰਹੇ ਹੈਗੇ ਆ। ਅਬਾਨੀ ਅਡਾਨੀ ਦੀ ਜਿਹੜੀ ਉਹਨਾਂ ਦੇ ਪ੍ਰੋਜੈਕਟਸ ਦੀ ਕੰਸਟਰਕਸ਼ਨ ਚੱਲ ਰਹੀ ਹੈ ਕੱਲ ਪੰਜਾਬ 'ਚ, ਉਹ ਲੋਕਾਂ ਨੇ ਰੋਕੀ ਹੈਗੀ ਆ। ਤੋ ਜਿਹੜਾ ਕਾਰਪੋਰੇਟ ਦਾ ਬਾਈਕਾਟ ਹੈਗਾ, ਉਹ ਵੀ ਲਗਾਤਾਰ ਸਪਰੈਡ ਹੋ ਰਿਹਾ ਇਸ ਦੇਸ਼ ਦੇ ਵਿੱਚ। ਤੋ ਪ੍ਰੋਟੈਸਟ ਦੀ ਇਕੱਲੀ ਇਹੀ ਫੋਰਮ ਨਹੀਂ ਕਿ ਅਸੀਂ ਇੱਥੇ ਸਿੰਘੂ ਜਾਂ ਟਿੱਕਰੀ ਬੈਠੇ ਹੋਏ ਹੈਗੇ, ਲਗਾਤਾਰ ਇਹ ਪ੍ਰੋਟੈਸਟ ਜਿਹੜਾ ਫੈਲ ਰਿਹਾ, ਔਰ ਇੰਟਰਨੈਸ਼ਨਲ ਲੈਵਲ ਤੇ ਵੀ ਇਹਦੇ ਫੇਵਰ 'ਚ ਪ੍ਰੋਟੈਸਟ ਹੋ ਰਹੇ ਆ। ਤੇ ਹੁਣ ਮੈਂ ਬੇਨਤੀ ਕਰੂੰਗਾ ਰਾਜਵੀਰ ਸਿੰਘ ਗਿੱਲ। ਰਾਜਵੀਰ ਜੀ, ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਹਾਂਜੀ, ਬਹੁਤ ਬਹੁਤ ਧੰਨਵਾਦ।
ਮੇਰਾ ਸਵਾਲ ਸਰ, ਪਹਿਲੀ ਗੱਲ ਤਾਂ ਤੁਹਾਨੂੰ ਸਭ ਨੂੰ ਧੰਨਵਾਦ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਸ ਵੈਬੀਨਾਰ ਦੇ ਥਰੂ। ਮੇਰਾ ਸਵਾਲ ਸਰ ਇਹ ਹੈ ਕਿ ਸਾਨੂੰ ਪਤਾ ਹੈ ਕਿ ਗਵਰਨਮੈਂਟ ਇੱਕ ਬਹੁਤ ਵੱਡਾ ਸੈਕਟਰ ਹੈ ਜਿਹਦੇ ਕੋਲੇ ਬਹੁਤ ਸ਼ਕਤੀ ਹੈ ਤੇ ਉਹਦੇ ਨਾਲ ਲੜਨ ਲਈ ਸਾਡੇ ਕੋਲੇ ਬਹੁਤ ਵੱਡਾ ਹੌਸਲਾ ਤੇ ਬਹੁਤ ਵੱਡੇ ਸਾਧਨ ਚਾਹੀਦੇ ਨੇ। ਸੋ ਮੇਰਾ ਸਵਾਲ ਸਵਾਲ ਵੀ ਹੈ, ਇੱਕ ਸੁਜੈਸ਼ਨ ਵੀ ਹੈ ਕਿ ਉਹ ਰੈਲੀਜ਼ ਦੇ ਥਰੂ, ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਥਰੂ ਬਿਲਜ਼ ਨੂੰ ਪ੍ਰੋਟੈਕਟ ਕਰ ਰਹੇ ਨੇ। ਕੀ ਸਾਡੀ ਕੋਈ ਇਹੋ ਜਿਹੀ ਸਟ੍ਰੈਟਜੀ ਹੈ ਕਿ ਅਸੀਂ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਸ ਦੇ ਵਿੱਚ ਹਰ ਇੱਕ ਲੈਂਗੁਏਜ ਦੇ ਵਿੱਚ ਉੱਥੋਂ ਦੇ ਬੈਠੇ ਆਮ ਲੋਕਾਂ ਤੱਕ ਕੋਈ ਅਪਰੋਚ ਕਰ ਰਹੀ ਹੋਈਏ? ਇੱਕ ਤਾਂ ਪਿਛਲੀ ਮੀਟਿੰਗ ਦੇ ਵਿੱਚ ਤੈਅ ਕੀਤਾ ਕਿ ਅਸੀਂ 25 ਲੱਖ ਜਿਹੜੇ ਆ ਹੈਂਡ ਬਿੱਲੋ ਛਾਪ ਕੇ 10 ਲੱਖ ਪੰਜਾਬੀ ਚ, 10 ਲੱਖ ਹਿੰਦੀ ਚ, 5 ਲੱਖ ਅੰਗਰੇਜ਼ੀ ਦੇ ਵਿੱਚ, ਔਰ ਅਸੀਂ ਜਿਹੜੀਆਂ ਦੂਜੇ ਸਟੇਟਸ ਦੀਆਂ ਆਰਗੇਨਾਈਜੇਸ਼ਨ ਉਹਨਾਂ ਨਾਲ ਗੱਲ ਕਰਕੇ ਇਹ ਤੁਹਾਡਾ ਸੁਜੈਸ਼ਨ ਬਿਲਕੁਲ ਠੀਕ ਆ, ਅਸੀਂ ਇਸ ਪਾਸੇ ਜਿਹੜਾ ਵਰਕ ਕਰ ਰਹੇ ਹੈਗੇ ਆ ਉਹ ਸਾਰੀਆਂ ਲੈਂਗੁਏਜ ਦੇ ਟਰਾਈ ਕਰਾਂਗੇ ਕਿ ਸਾਰੇ ਲੋਕਾਂ ਤੱਕ ਪਹੁੰਚ ਕੀਤੀ ਜਾਵੇ। ਹਾਂਜੀ ਸਰ, ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਹਰ ਇੱਕ ਸਟੇਟ ਦੇ ਵਿੱਚ ਇੱਕ ਲੀਡਿੰਗ ਨਿਊਜ਼ਪੇਪਰ ਦਾ ਇੱਕ ਪੇਜ ਲੈ ਕੇ ਆਪਣੀ ਪ੍ਰੋਟੈਸਟ ਨੂੰ ਕਿਉਂ ਨਹੀਂ ਸਪੋਰਟ ਕਰ ਰਹੇ ਜੀ, ਬਜਾਏ ਇਹਦੇ ਕਿ ਪੈਂਫਲੇਟ। ਤੁਹਾਡਾ ਸੁਝਾਅ ਆ ਗਿਆ ਜੀ, ਅਸੀਂ ਵਿਚਾਰ ਲਾਂਗੇ ਜੀ। ਸ਼ੁਕਰੀਆ ਜੀ। ਹੁਣ ਮੈਂ ਜੇਪੀ ਵਿਰਦੀ ਜੀ। ਵਿਰਦੀ ਜੀ, ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਜੀ। ਹਾਂਜੀ, ਆਵਾਜ਼ ਆ ਰਹੀ ਮੇਰੀ? ਹਾਂਜੀ ਜੀ, ਆ ਰਹੀ ਜੀ, ਆ ਰਹੀ ਹੈ ਜੀ ਆਵਾਜ਼ ਤੁਹਾਡੀ ਜੀ। ਸਰ, ਜਿੱਦਾਂ ਆਪਾਂ ਨੂੰ ਪਤਾ ਹੀ ਹੈ, ਆਪਾਂ ਹੁਣ ਜਿੱਦਾਂ ਆਪਾਂ ਨੂੰ ਨੇਸ਼ਨ ਵਾਈਡ, ਵਰਲਡ ਵਾਈਡ ਸਾਰੇ ਪਾਸਿਓਂ ਪੂਰੀ ਸਪੋਰਟ ਆ ਰਹੀ ਹੈ ਤੇ ਆਪਾਂ ਨੂੰ ਸਾਰੇ ਮਤਲਬ ਜਿੱਦਾਂ ਤੁਸੀਂ ਸਟੇਜ ਤੋਂ ਖੜ ਕੇ ਜਿਹੜੀ ਵੀ ਚੀਜ਼ ਤੁਸੀਂ ਅਨਾਊਂਸ ਕਰਦੇ ਆ ਤਾਂ ਸਾਰੇ ਉਦਾਂ ਹੀ ਫੋਲੋ ਕੀਤਾ ਜਾਂਦਾ। ਮੇਰਾ ਮੈਸੇਜ ਇੱਕ ਇਹੀ ਸੀਗਾ ਵੀ ਅਸੀਂ ਬਾਹਰ ਬੈਠੇ ਹਾਂ ਤੇ ਕੈਨੇਡਾ ਦੇ ਵਿੱਚ ਬੈਠੇ ਹਾਂ, ਅਸੀਂ ਕੋਈ ਪ੍ਰੋਟੈਸਟ ਕਰਦੇ ਹਾਂ, ਜਿੱਥੇ ਵੀ ਕੁਝ ਕਰਦੇ ਹਾਂ, ਸਾਨੂੰ ਥੋੜਾ ਜਿਹਾ, ਮੈਂ ਕਹਿੰਦਾ ਸਾਨੂੰ ਵੀ ਥੋੜਾ ਜਿਹਾ ਐਡਰੈਸ ਕਰੋ, ਕਿਉਂਕਿ ਅਸੀਂ ਸਾਡੀਆਂ ਵੀ ਤਾਂਘਾਂ ਤੁਹਾਡੇ ਵੱਲ ਹੀ ਲੱਗੀਆਂ ਹੁੰਦੀਆਂ ਹਰ ਟਾਈਮ। ਮੇਰਾ ਕਹਿਣਾ ਇਹ ਵੀ ਤੁਸੀਂ ਸਾਨੂੰ ਵੀ ਐਡਰੈਸ ਕਰੋ, ਕਿੱਦਾਂ ਪ੍ਰੋਗਰਾਮ ਉਲੀਕੇ ਜਾਣ, ਕਿਸ ਤਰੀਕੇ ਨਾਲ ਕੀਤੇ ਜਾਣ, ਤਾਂ ਜੋ ਇੱਕ ਲੋਕੀ ਟੁੱਟ ਕੇ ਕਿਤੇ ਪ੍ਰੋਟੈਸਟ ਕਰਦੇ ਉਹ ਸਾਰੇ ਇੱਕ ਯੂਨਿਟੀ ਦੇ ਵਿੱਚ, ਇੱਕ ਮਾਸ ਦੇ ਵਿੱਚ ਕੀਤਾ ਜਾਵੇ, ਤਾਂ ਥੋੜਾ ਆਪਣੇ ਵਾਸਤੇ ਬੈਨੀਫੀਸ਼ੀਅਲ ਪ੍ਰੈਸ਼ਰ ਨਹੀਂ ਹੋਊਗਾ ਜ਼ਿਆਦਾ ਥੋੜਾ। ਡਾਕਟਰ ਦਰਸ਼ਨਪਾਲ ਜੀ ਆ ਚੁੱਕੇ ਆ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇੱਥੇ ਆਪਣੀ ਗੱਲ ਰੱਖ। ਦੇਖੋ, ਬਾਹਰ ਬੈਠੇ ਸਾਡੇ ਭਾਰਤ ਦੇ ਨਿਵਾਸੀਓ, ਅਸੀਂ ਇਸ ਮੀਟਿੰਗ ਦੇ ਵਿੱਚ ਵੀ ਫੈਸਲਾ ਕੀਤਾ ਤੇ ਲਗਾਤਾਰ ਅਸੀਂ ਇਹ ਫੈਸਲਾ ਕੀਤੇ ਹੋਏ ਨੇ ਕਿ ਸਾਡੇ ਬਾਹਰ ਜਿੰਨੇ ਵੀ ਦੇਸ਼ਾਂ ਦੇ ਵਿੱਚ ਬੈਠੇ ਨੇ ਭਾਰਤੀ ਲੋਕ, ਪੰਜਾਬੀ ਜਾਂ ਕਿਸੇ ਵੀ ਸੂਬੇ ਦੇ ਨੇ, ਉਹਨਾਂ ਲਈ ਲਗਾਤਾਰ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਜੋ ਕਰ ਰਹੇ ਨੇ ਇੱਥੇ ਪ੍ਰਚਾਰ ਕਰਦੇ ਆ ਤੇ ਆਪਣੇ ਵੱਲੋਂ ਉਹਨਾਂ ਨੂੰ ਅਸੀਂ ਇਹਨਾਂ ਮੰਗਾਂ ਦੇ ਉੱਤੇ ਜੋ ਵੀ ਉਹ ਕਰਨ, ਅਸੀਂ ਉਹਨਾਂ ਦੇ ਸੁਝਾਅ ਵੀ ਦੇ ਰਹੇ ਹਾਂ। ਜਿਵੇਂ ਇਸ ਵਾਰ ਅਸੀਂ 26-27 ਦੇ ਵੀਕਐਂਡ ਤੇ ਸਾਰੇ ਜਿਹੜੇ ਡਾਇਸਪੋਰਾ ਹੈ, ਇੰਡੀਅਨ ਡਾਇਸਪੋਰਾ, ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਪ੍ਰੋਟੈਸਟ ਕਰਨ, ਜਿਵੇਂ ਹਿੰਦੁਸਤਾਨ 'ਚ ਹੋਣਾ। ਇੱਕ ਗੱਲ। ਦੂਜੀ ਗੱਲ, ਜਿਹੜੇ ਸਾਡੇ ਇਹ ਮੁੱਦੇ ਨੇ, ਇਹਨਾਂ ਮੁੱਦਿਆਂ ਬਾਰੇ ਵੀ ਲਗਾਤਾਰ ਅਸੀਂ ਦੇਖੋ, ਕਿਸਾਨਾਂ ਦਾ ਇਹ ਮੋਰਚਾ ਹੈ, ਕਿਸਾਨਾਂ ਵੱਲੋਂ IT ਸੈੱਲ ਚਲਾ ਕੇ ਇਹਦੇ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ, ਵੱਖ-ਵੱਖ ਹੋਰ ਡਿਜੀਟਲ ਮੀਡੀਆ ਦੇ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਸੋ ਤੁਸੀਂ ਬਾਹਰ ਜੋ ਬੈਠੇ ਹੋ, ਬੜੇ ਸਮਝਦਾਰ ਸਾਥੀ ਹੋ, ਸਾਨੂੰ ਆਸ ਹੈ ਕਿ ਤੁਸੀਂ ਸਾਡੀਆਂ ਇਹਨਾਂ ਸਮੱਸਿਆਵਾਂ ਨੂੰ, ਇਹਨਾਂ ਮਸਲਿਆਂ ਨੂੰ ਬਹੁਤ ਕੰਕਰੀਟਲੀ ਸਮਝਦੇ ਹੋਏ ਆਪੋ ਆਪਣੇ ਦੇਸ਼ਾਂ ਦੇ ਅੰਦਰ ਜਿੱਥੇ ਵੀ ਭਾਈਚਾਰੇ ਭਾਰਤੀ ਹੈਗੇ ਨੇ ਉਹਨਾਂ ਦੇ ਨਾਲ ਰਲ ਕੇ ਸਾਡੇ ਇਹਨਾਂ ਦੇ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਬਹੁਤ ਹਿੱਸਾ ਪਾ ਰਹੇ ਹੋ ਤੇ ਲੱਗਦਾ ਪਾਉਂਦੇ ਰਹੋਗੇ, ਤਾਂ ਜੋ ਸਾਡੀ ਕਿਸਾਨ ਜਥੇਬੰਦੀਆਂ ਨੇ ਆਪਣੀ ਜਿੱਤ ਵੱਲ ਵੱਧ ਸਕਣ। ਜੇ ਸਾਡੇ ਕੋਲੋਂ ਕਿਤੇ ਕਮੀ ਰਹਿ ਰਹੀ ਹੈ ਤਾਂ ਸਾਡੇ ਨੋਟਿਸ ਲਿਆਓ ਪਲੀਜ਼। ਅਸੀਂ ਜਿੰਨੀ ਵੀ ਜਲਦੀ ਇਸ ਯੁੱਗ ਦੇ ਅੰਦਰ, ਮਾਡਰਨ ਯੁੱਗ ਦੇ ਅੰਦਰ, ਮਾਡਰਨ ਕਮਿਊਨੀਕੇਸ਼ਨ ਯੁੱਗ ਦੇ ਅੰਦਰ, ਅਸੀਂ ਸਾਡੇ ਵੱਲੋਂ ਜੋ ਵੀ ਕੋਈ ਘਾਟ ਰਹਿ ਰਹੀ ਹੈ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ। ललित कुमार भंडारी, बेनती है अपना सवाल कर लें जी। हाँ, नमस्कार सबको, मैं ललित बोल रहा हूँ नोएडा से। मैं बिजनेसमैन हूँ और कॉमन आदमी हूँ, एक छोटा सा बिजनेस करता हूँ और मैं आप लोगों के साथ हूँ। मैं एक सवाल है मेरा कि PM नरेंद्र मोदी जी कह रहे हैं कि जो ये पूरा बाजार खुल जाएगा, इंडिया अभी रेस्ट्रिक्टेड है, पर जिस हिसाब से 50% से ज्यादा APMC के बाहर एग्रो प्रोड्यूस बिकता है, तो सच्चाई क्या है? मतलब अभी क्या रेस्ट्रिक्टेड है या कुछ रेस्ट्रिक्टेड कमोडिटीज अभी भी आप दूसरे स्टेट में नहीं बेच सकते लीगली? ये जी, राज्यपाल जी आपके सवाल का जवाब देंगे।
भंडारी जी धन्यवाद आपका, बहुत इंपॉर्टेंट सवाल आपने किया। लेकिन ये समझना होगा कि अगर सारी सरकार ही झूठ का प्रचार करे, अगर प्राइम मिनिस्टर झूठ बोले तो इसका अफसोस ही किया जा सकता है इस बात पे। मैं आपको बड़ा स्पष्ट कर दूं, हमने उनका ये जवाब मीटिंग्स में बार बार दिया कि बिहार से पैडी आके पंजाब हरियाणा में बिकती है, देयर इज नो रिस्ट्रिक्शन। मेज बिहार की पंजाब में आती है, देयर इज नो रिस्ट्रिक्शन। यूपी से, राजस्थान से पंजाब और हरियाणा में आके पैडी और दूसरी क्रॉप्स बिकती हैं, देयर इज नो रिस्ट्रिक्शन। हम पंजाब वाले हिमाचल और जम्मू कश्मीर के लोग सेब और अपनी सब्जियां दिल्ली की मार्केट में बेचते हैं, देयर इज नो रिस्ट्रिक्शन, देयर हैज नेवर बीन एनी रिस्ट्रिक्शन। और हमारे पंजाब के लोग बड़े जो पोटैटो ग्रोअर्स हैं वो साउथ में उन्होंने कोल्ड स्टोर बना रखे हैं, वहां जाके जब मर्जी होती है बेचते हैं, देयर इज नो रिस्ट्रिक्शन। ऐसी कोई बात इस सरकार ने नई नहीं की जो पहले किसानों के लिए मार्केट में अवेलेबल नहीं थी। रियलिटी ये है, वो झूठ का प्रचार कर रहे हैं। 1 नेशन 1 मार्केट पहले ही थी, अब उन्होंने 1 नेशन 2 मार्केट्स बना दी। एक मार्केट जो अनरेगुलेटेड है, जिसमें कोई कानून नहीं, कोई लाइसेंस नहीं, कोई झगड़ा हो जाए कोर्ट में जाने का अधिकार नहीं। एक मार्केट ऑलरेडी जो ट्राइड और टेस्टेड है, जिसमें हर चीज कानून के दायरे के अंदर रह के सेल परचेज होती है। तो इस बात को लेकर सारा कूड़ प्रचार किया जा रहा है मोदी सरकार की तरफ से। ऐसा कुछ भी नहीं उन्होंने नया किया जो पहले किसानों के पास अवेलेबल नहीं था। इसीलिए हम कहते हैं जो भला आप करना चाहते हैं, कभी किसी किसान ने ये आपसे मांग की हमारा ये भला करो, हमें इस भले की जरूरत नहीं। दरअसल रियलिटी ये है कि वो हमारी जो एक ट्राइड एंड टेस्टेड एपीएमसी मंडी है, जो और ये जो ये स्टेट सब्जेक्ट है एग्रीकल्चर, कॉन्स्टिट्यूशन में बड़ा स्पष्ट है कि जो स्टेट सब्जेक्ट्स हैं उनमें भारत सरकार दखल नहीं दे सकती। एंट्री नंबर 14 है 7th शेड्यूल की स्टेट लिस्ट में के एग्रीकल्चर की, तो इसमें वो दखल नहीं दे सकते। लेकिन अब उन्होंने कॉर्पोरेट्स को एंटर करवाने के लिए ये नया कानून लेके आए हैं। इसके पीछे मंशा बड़ी खतरनाक है। और एसेंशियल कमोडिटीज एक्ट में जो अमेंडमेंट्स की हैं, कोई स्टॉक लिमिट नहीं होगी, कोई उसे चेक नहीं कर पाएगा, वो होल्डिंग कर सकेंगे जितनी चाहे, जब चाहे जी चाहे बेचें ना बेचें, सरकार उन्हें चेक नहीं करेगी। अगर कोई मौका हो चेक करने का भी तो सरकार ये ध्यान रखेगी कि उसका कहीं और पहले सौदा तो नहीं हुआ, वो तो प्रभावित नहीं होता। तो सारा एक्ट कॉर्पोरेट्स को फायदा देने के लिए, आम आदमी की जान खतरे में डालने के लिए है। इससे महंगाई बढ़ेगी, किसान तो मरेगा ही, आम आदमी का जीना दूभर हो जाएगा। अब एक रेगुलेटेड मार्केट के तहत ये बातें नहीं होती। तो मोदी जी ने ये अब इस नए 3 कानूनों के साथ जो टोटली अनकॉन्स्टिट्यूशनल हैं, हर आदमी को डायरेक्ट हिट किया है। धन्यवाद। Venkat Gandhi ji, you can question now. Venkat ji. Thank you very much. Let me speak in English. I'm from Tokyo. I come from Telangana, and I appreciate all the panelists. I've been watching their work, and I think, but one of the things we have to counter is propaganda. The earlier point was very clear. This is going to hit all the people, and it's going to hit, number one, the people, number two, the states. Actually, the farmers are the last ones. The first, it's going to hit everybody, because just as potato changes from ₹1 to 100, every commodity, the traders can do that now legally. And so I think we better counter this as Vyapari law. These laws are meant for Vyaparis, neither for consumers nor for farmers. Our counters have to be, exactly bursting their propaganda. And it is really, as been said, this is much more devastating than demonetization that already hit us. So there are a number of points, but at least, we need to change the track. And I also request everybody
to involve all other places. Second point I want to say is that the most affected, the result of these loss we can see in Bihar already, in Purvanchal already. There, from 2006, whatever the government is saying that is going to happen is already happened. And the faith of our farmers, faith of the people there, we can see it in front of our eyes. And that's what the entire India will be taken to if this loss were to be continued. Many points. I've been writing a lot of things, request people to share these things because we have to understand what is their real intention. Thank you. Prem Singh Panguji will answer. Okay. Thank you, Mr. Gandhi. You have answered your own questions very well. And I think everybody will be affected. You have rightly said that the people are the first to be affected. Farmers are the last. And you have very rightly said that every state will be affected. So we are saying that also. So even the government of India has recently agreed that they have made these acts for trading, not for farmers. They have admitted now. So we are fighting for it. Thank you for your good opinion. Thank you very much. Paranithan ji, you can question now. Hello. Hello. Ji. Good afternoon. Good afternoon, sir. I'm from Tamil Nadu. We are with you always. And my question is, are you getting enough support from Tamil Nadu, especially from South India? Because we are not seeing the same kind of response as we see in Punjab and Haryana and some northern states. Thank you. Mr. Paranithan, I want to tell you that in Karnataka there is a dharna going on for 24 hours. From Tamil Nadu, people are participating here. Telangana, there are a lot of programs are going on in Telangana, Andhra Pradesh. So I think all over India, especially now, a huge contingent of has started from Maharashtra towards this Jaipur-Delhi highway. So all over India, the people are in a move. So I think Tamil Nadu, lot of programs are being taken place. They are with us. Thank you. मनीष राठी जी, आप सवाल कर सकते हैं। मेरा एक आपसे सवाल था, मैं जयपुर से बोल रहा हूँ, राजस्थान से। जो क्वेश्चन मेरे सामने आए हैं, गांधी जी का जो क्वेश्चन था टोक्यो से, बिल्कुल सहमत हूँ। सबसे पहले कंज्यूमर, मेरा जो है कि भाई ग्राहक जागो, ग्राहक। जो किसान तो इफेक्ट होगा ही होगा, देश का आम नागरिक और जो उपभोक्ता भी है। और उसमें सबसे इंपॉर्टेंट बात है सर, ये जो एग्रीकल्चर एक्सपोर्ट पॉलिसी है, एक बार उसका स्टडी कीजिए। भारत सरकार ने ये तय किया है कि $30 बिलियन से $60 बिलियन हम है ना एक्सपोर्ट करेंगे, और ये जो है फॉरेन कंट्रीज में जाएगा। आप प्राइस का अगर एनालिसिस करेंगे आप इंटरनेशनल लेवल पे, तो ह्यूज डिफरेंस है प्राइस में। मान लीजिए बासमती चावल इंडिया में 150 रुपीस है केजी है, यही अमेरिका में जाके 1500 रुपीस केजी है। तो ये जो प्लान है अडानी और अंबानी का, ये टोटल एक्सपोर्ट के लिए है। जो पीयूष गोयल साहब की जो मिनिस्ट्री ने जो चेंज किया है, ये जो ट्रेडर्स के लिए लाया है, ये केवल ही एक्सपोर्ट के लिए है। जो होल वर्ल्ड के इंडिया को फूड क्राइसिस में डाल के वर्ल्ड की अदर कंट्रीज में ना इसको एक्सपोर्ट करना। तो मेरा यह है कि जो ये $30 बिलियन से $60 बिलियन और $100 बिलियन का एक्सपोर्ट करना चाह रहे हैं, तो उसमें जो साइलो बनाए गए हैं, ये वही प्लान है। इसको आप थोड़ा एक्सपोज कीजिए और किसानों को है ना आगे बताने में समझाइए। अब मनीष जी इस पर बात करेंगे। मनीष जी, इसमें सबसे महत्वपूर्ण बात यह है कि मोदी सरकार का जब से कार्यकाल शुरू हुआ 2014 के बाद से, तो जो एग्रीकल्चर एक्सपोर्ट है
वो लगातार कम होता जा रहा है और एग्रीकल्चर इंपोर्ट बढ़ता जा रहा है हमारे देश में। जितने भी ये फ्री ट्रेड एग्रीमेंट इन्होंने किए हैं, चाहे स्टार्टिंग में आप ले लीजिए जो सदर्न इंडिया में सबसे पहले उसका इम्पैक्ट आया जब श्रीलंका के साथ फ्री ट्रेड एग्रीमेंट हुआ था, तो ये जो फ्री ट्रेड एग्रीमेंट है और जो ये एक्सपोर्ट इंपोर्ट की बात करते हैं, ये ग्राउंड पे कहीं एग्जिस्ट नहीं करती जिस तरीके से नेता लोग बोलते हैं। अगर हम बात करें केरल के किसानों पे, सबसे पहले मिर्च का असर पड़ा जब मिर्च को लेके फ्री ट्रेड एग्रीमेंट हुआ था श्रीलंका के साथ, बाकी स्पाइसेस को लेके, मिर्च मसालों को लेके, तो उसका बहुत नेगेटिव इम्पैक्ट हुआ था केरल के किसानों पे। और वही हमने देखा लगातार फ्री ट्रेड एग्रीमेंट में, जैसे अभी आरसीईपी पे भी जब सिग्नेचर होने की बात चल रही थी तो सभी किसान संगठनों ने उसका मिलजुल के जब उसका विरोध किया तो उसके बाद हिंदुस्तान के किसान बच पाए थे। तो हम बार बार जो सरकार ये बात कहती है कि भाई हिंदुस्तान के किसान बाहर के किसानों से मुकाबला करें, वो उसके लिए जो एक बेसिक जो रिक्वायरमेंट होनी चाहिए, जो बेसिक इंफ्रास्ट्रक्चर होना चाहिए, उसमें जमीन आसमान का फर्क है। तो यदि हम ये एक्सपोर्ट को और इंपोर्ट को इसको छोड़ के जो गवर्नमेंट हमारे यहाँ के किसान हैं उनको अगर इक्विप करने की बेटर तरीके से सोचेगी, जो गवर्नमेंट का रोल है प्रोक्योरमेंट सिस्टम में वो बढ़ेगा, तो उससे यहाँ पे किसानों का बेनिफिट होगा। हमारे किसान को ये कह देना कि भाई आप, जैसे कई बार हम ये सुनते भी हैं कि हिंदुस्तान का किसान यूरोप के किसानों की तरह करे, तो हमें ये भी समझना होगा कि वेस्टर्न कंट्रीज में कई बिलियन डॉलर की सब्सिडी मिलती है, वहां पे कई तरह की सब्सिडी मिलती है। हमारे यहाँ पे किसानों को उस तरीके से सब्सिडी नहीं मिलती है। हमारे यहाँ पे किसानों की जो आमदनी होती है वो फसल बेचने से होती है। अभी रिसेंटली 2019 में अमेरिका के सीनेट में 819 बिलियन डॉलर का उन्होंने सब्सिडी बिल उन्होंने पास किया है। तो जो ये आर्ग्यूमेंट है अपने आप में कि भाई इंडियन किसान को कम्पिटिटिव बनाना है, जो गवर्नमेंट का आर्ग्यूमेंट है कि वो फॉरेन के किसान से कम्पीट करे, ये प्रैक्टिकली पॉसिबल नहीं है। हमारे यहाँ की जो लैंड पॉपुलेशन रेशियो है दैट इज एंटायरली डिफरेंट एज कंपेयर टू वेस्टर्न कंट्रीज एंड अदर कंट्रीज। सो ये बेईमानी होगी कि भारत के किसान को वहां से उसका मुकाबला कराएं। ਹਰਜੀਤ ਕੌਰ ਭੱਠਲ ਜੀ, ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। Hello sir, ਸਤਿ ਸ਼੍ਰੀ ਅਕਾਲ to all of you। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਫਰਸਟ ਕੁਐਸਚਨ ਇਹ ਹੈ ਕਿ ਜਿੱਦਾਂ ਹੁਣ ਸੁਪਰੀਮ ਕੋਰਟ ਨੇ ਥੋੜਾ ਬਹੁਤ ਆਪਣੇ ਪੱਖ ਦੇ ਵਿੱਚ ਬੋਲਿਆ ਕਿ ਅੰਦੋਲਨ ਕਰਨਾ ਸਾਡਾ ਹੱਕ ਹੈ, ਤਾਂ ਹੁਣ ਇਹ ਟੋਟਲੀ ਲਾਅ ਜੋ ਬਣਿਆ, ਬਿਕੋਜ਼ ਸਟੇਟ ਦਾ ਇਹ ਲਾਅ ਸੀ ਤੇ ਸੈਂਟਰਲ ਗਵਰਨਮੈਂਟ ਕੋਲੇ ਨਹੀਂ ਸੀ ਕਿ ਐਗਰੀਕਲਚਰ ਤੇ ਕੋਈ ਲਾਅ ਬਣਾ ਸਕਦੇ, ਤਾਂ ਉਸ ਮੋਟਿਵ ਨੂੰ ਲੈ ਕੇ ਆਪਾਂ ਕੋਰਟ ਕਿਉਂ ਨਹੀਂ ਜਾ ਸਕਦੇ? ਫਰਸਟ ਕੁਐਸਚਨ ਇਹ ਹੈ ਮੇਰਾ ਜੀ। ਡੱਲੇਵਾਲ ਸਾਹਿਬ ਜਵਾਬ ਦੇਣਗੇ ਤੁਹਾਡੇ ਸਵਾਲ ਦਾ। ਹਾਂਜੀ ਸਰ। ਬੀਬਾ ਹਰਜੀਤ ਕੌਰ ਜੀ, ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਦੇਖੋ, ਕੋਰਟ ਦੇ ਵਿੱਚ ਅਗਰ ਕੇਸ ਚੱਲਿਆ ਜਾਂਦਾ ਹੈ ਤਾਂ ਕਈ ਸਾਲ ਕੋਰਟ ਦੇ ਵਿੱਚ ਇਹ ਕੇਸ ਪੈਂਡਿੰਗ ਪਏ ਰਹਿੰਦੇ ਨੇ, ਲੰਬਾ ਸਿਰ ਚੱਲਦੇ ਨੇ। ਤੇ ਜਿਹੜੀ ਇਹ ਕਾਨੂੰਨਾਂ ਦਾ ਪ੍ਰਭਾਵ ਹੈ, ਕਾਨੂੰਨਾਂ ਦਾ ਪ੍ਰਭਾਵ ਇਹ ਹੈ ਕਿ ਇਹਨਾਂ ਕਾਨੂੰਨਾਂ ਨੇ 2 ਸਾਲ ਦੇ ਵਿੱਚ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਖੋਹ ਲੈਣੀਆਂ। ਇਸ ਕਰਕੇ ਕੋਰਟ ਦੇ ਵਿੱਚ ਜਾਣਾ ਕਿਸੇ ਵੀ ਤਰੀਕੇ ਦੇ ਨਾਲ ਕਿਸਾਨਾਂ ਲਈ ਪੋਸੀਬਲ ਨਹੀਂ ਹੈ। ਇਹ ਕੋਰਟ ਦੇ ਵਿੱਚੋਂ ਜਾਣ ਤੋਂ ਤਾਂ ਹੀ ਅਸੀਂ ਮਤਲਬ ਪਿੱਛੇ ਰਹਿ ਰਹੇ ਹਾਂ। ਅਸੀਂ ਸਾਨੂੰ ਪਤਾ ਇਸ ਗੱਲ ਦਾ, ਭਾਵੇਂ ਸੁਪਰੀਮ ਕੋਰਟ ਦਾ ਰੁਖ ਬਹੁਤ ਵਧੀਆ ਹੈ ਔਰ ਉਹ ਬਹੁਤ ਵਧੀਆ ਉਹਨਾਂ ਨੇ ਕਿਸਾਨਾਂ ਦੇ ਪੱਖ 'ਚ ਖੜੇ ਸੀ, ਧੰਨਵਾਦੀ ਹੈ ਸੁਪਰੀਮ ਕੋਰਟ ਦੇ, ਲੇਕਿਨ ਇਸ ਗੱਲ ਦਾ ਬਹੁਤ ਵੱਡਾ ਖਦਸ਼ਾ ਹੈ ਕਿ ਇਹ ਲੰਬਾ ਚੱਲੇਗਾ ਕੇਸ ਔਰ ਉਨੇ ਸਮੇਂ ਦੇ ਵਿੱਚ ਕਾਰਪੋਰੇਟ ਲੋਕ ਸਾਡੀ ਐਗਰੀਕਲਚਰ ਨੂੰ, ਸਾਡੀ ਜ਼ਮੀਨ ਨੂੰ, ਸਾਡੀਆਂ ਮੰਡੀਆਂ ਦੇ ਢਾਂਚੇ ਨੂੰ ਬਰਬਾਦ ਕਰ ਦੇਣਗੇ। ਅਵਿਰਾਜ ਸਿੰਘ ਫਿਨਲੈਂਡ। ਅਵਿਰਾਜ ਜੀ ਤੁਸੀਂ ਸਵਾਲ ਕਰ ਸਕਦੇ ਹੋ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ। ਮੇਰਾ ਨਾ, ਅਸੀਂ ਫਿਨਲੈਂਡ ਤੋਂ ਬੋਲਦੇ ਹਾਂ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਕਿ ਅਸੀਂ ਇੰਡੀਅਨ ਹਾਈ ਕਮਿਸ਼ਨਰ ਦੇ ਅੱਗੇ ਧਰਨਾ ਲਾਇਆ ਸੀਗਾ ਫਿਨਲੈਂਡ ਤੇ 2 ਤਰੀਕ ਦਸੰਬਰ ਨੂੰ। ਤੇ ਹੁਣ ਸਾਡਾ ਸਵਾਲ ਆ ਤੁਹਾਡੇ ਕੋਲੋਂ ਕਿ ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਅੱਗੇ ਕਿਵੇਂ ਸੇਵਾ ਕਰ ਸਕੀਏ ਕਿ ਮਤਲਬ ਕਿ ਸਾਡੀ ਵੀ ਫਿਨਲੈਂਡ ਨੂੰ, ਮਤਲਬ ਕਿ ਗੌਰਮੈਂਟ ਨੂੰ, ਸਾਰਿਆਂ ਨੂੰ ਪਤਾ ਲੱਗੇ ਕਿ ਅਸੀਂ ਵੀ ਕਿਵੇਂ ਤੁਹਾਡੀ ਸੇਵਾ ਕਰ ਰਹੇ ਹਾਂ। ਤੇ ਤੁਸੀਂ ਸਾਨੂੰ ਥੋੜੀ ਜਿਹੀ ਜਾਣਕਾਰੀ ਦੇ ਸਕਦੇ ਆ ਕਿ ਸਾਡੇ ਕਿਹੜੇ ਇੱਥੇ ਰਹਿੰਦੇ ਆ ਕਿਸਾਨ ਭੈਣ ਭਰਾਵਾਂ, ਮਤਲਬ ਕਿ ਬਜ਼ੁਰਗ ਵੀ, ਕਿ ਪਤਾ ਲੱਗੇ ਸਾਨੂੰ ਅਸੀਂ ਤੁਹਾਡੇ ਨਾਲ ਹੋਰ ਕਿਵੇਂ ਸੇਵਾ ਕਰੀਏ ਅੱਗੇ ਵੀ ਮੂਹਰੇ ਹੋ ਕੇ। ਤੁਸੀਂ ਸਾਨੂੰ ਦੱਸ ਸਕਦੇ ਆ? ਸ਼ੁਕਰੀਆ ਜੀ ਤੁਹਾਡਾ। ਤੇ ਡਾਕਟਰ ਦਰਸ਼ਨਪਾਲ ਜੀ ਇੱਥੇ ਬੋਲਣਗੇ ਜੀ। ਅਵਿਰਾਜ ਜੀ, ਵੈਸੇ ਤਾਂ ਅਸੀਂ ਸਾਰੇ ਬਾਹਰਲੇ ਇੰਡੀਅਨ ਜਿੰਨੇ ਵੀ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਕਿਸਾਨ ਅੰਦੋਲਨ ਦੀ ਸਪੋਰਟ ਦੇ ਵਿੱਚ ਵੱਖੋ-ਵੱਖ ਦੇਸ਼ਾਂ ਦੇ ਅੰਦਰ ਉੱਥੋਂ ਦੀਆਂ ਐਮਬਾਸੀਆਂ, ਉੱਥੋਂ ਦੇ ਕੰਸੂਲੇਟ ਦੇ ਵਿੱਚ ਉਹਨਾਂ ਦੇ ਵਿਰੋਧ ਕਰੋ, ਜਿੱਥੇ ਵੀ ਹੋਰ ਸਕੁਏਅਰਸ ਨੇ ਉੱਥੇ ਇਕੱਠ ਕਰੋ।
ਸੋ ਤੁਹਾਡੀ ਤੁਸੀਂ ਜੋ ਫਿਨਲੈਂਡ ਦੀ ਐਮਬੈਸੀ ਦੇ ਅੱਗੇ ਧਰਨਾ ਦਿੱਤਾ ਉਹ ਬਹੁਤ ਵਧੀਆ ਕੀਤਾ। ਅਸੀਂ ਕਹਿੰਦੇ ਹਾਂ ਕਿ ਇਹ ਪ੍ਰਕਿਰਿਆ ਜਿਹੜੀ ਜਾਰੀ ਰਵੇ, ਕਿਉਂਕਿ ਦੁਨੀਆ ਦੇ ਵਿੱਚੋਂ ਇਹ ਆਵਾਜ਼ ਆਵੇ ਕਿ ਭਾਰਤ ਦੇ ਅੰਦਰ ਕਿਸਾਨਾਂ ਦੇ ਨਾਲ ਬੜਾ ਧੱਕਾ ਕਰ ਰਹੀ ਹੈ ਮੋਦੀ ਸਰਕਾਰ। ਸੋ ਇਹੀ ਤੁਸੀਂ ਆਪਣੀ ਆਵਾਜ਼ ਨੂੰ, ਇਕਜੁੱਟਤਾ ਨੂੰ ਸਾਡੇ ਨਾਲ ਜਿਹੜੀ ਤੁਸੀਂ ਕਰ ਰਹੇ ਹੋ ਇਹਨੂੰ ਜਾਰੀ ਰੱਖੋ। ਬਲਕਿ ਯੂਰਪ ਦੇ ਸਾਰੇ ਦੇਸ਼ਾਂ ਦੇ ਅੰਦਰ ਹੀ, ਯੂਰਪ ਦੇ ਵਿੱਚ ਸ਼ੈਂਗਨ ਏਰੀਏ ਦੇ ਵਿੱਚ ਸਭ ਤੁਸੀਂ ਇੱਕ ਦੂਸਰੀ ਜਗ੍ਹਾ ਜਾ ਸਕਦੇ ਹੋ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸ਼ੈਂਗਨ ਏਰੀਏ ਦੇ ਵਿੱਚ ਜਿੰਨੇ ਵੀ ਵੱਧ ਤੋਂ ਵੱਧ ਅੰਬੈਸੀਆਂ ਦੇ ਸਾਹਮਣੇ ਇੰਡੀਅਨ ਡਾਇਸਪੋਰਾ ਦੇ ਲੋਕ ਹੀ ਨਹੀਂ, ਬਾਕੀ ਜਿਹੜੇ ਲੋਕਲ ਲੋਕ ਨੇ ਜਿਹੜੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਨੇ ਉਹਨਾਂ ਨੂੰ ਨਾਲ ਲੈ ਕੇ, ਬਹੁਤ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਯੂਰਪ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਨੇ ਬਿਆਨ ਵੀ ਦਿੱਤੇ ਨੇ, ਉਹਨਾਂ ਸਾਰਿਆਂ ਨੂੰ। ਦੂਸਰਾ ਹੈ ਕਿ ਆਪੋ ਆਪਣੀਆਂ ਸਰਕਾਰਾਂ ਦੇ ਜਿੰਨੇ ਵੀ ਇਲੈਕਟਡ ਐਮਪੀਜ਼ ਨੇ ਜਾਂ ਨੁਮਾਇੰਦੇ ਨੇ ਉਹਨਾਂ ਨੂੰ ਵੀ ਤੁਸੀਂ ਕਹੋ ਕਿ ਭਾਰਤ ਸਰਕਾਰ ਨੂੰ ਲਿਖੇ, ਤਾਂ ਜੋ ਉਹਨਾਂ ਸਰਕਾਰਾਂ ਦੇ ਵੱਲੋਂ ਇੱਕ ਸਾਡੇ ਦੇਸ਼ ਦੇ ਸਰਕਾਰ ਦੇ ਉੱਤੇ ਦਬਾਅ ਪਾਇਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਫਿਨਲੈਂਡ ਦੇ ਵਿੱਚ ਸਾਡੇ ਨਾਲ ਆਵਾਜ਼ ਉਠਾ ਰਹੇ ਹੋ। ਹਾਂ, 26-27 ਨੂੰ ਸੱਦਾ ਹੈ। ਵੈਸੇ ਬੇਸ਼ੱਕ ਕ੍ਰਿਸਮਸ ਦੀਆਂ ਛੁੱਟੀਆਂ ਨੇ, ਪਰ ਫਿਰ ਵੀ ਵੀਕਐਂਡ ਦੇ ਉੱਤੇ ਸਾਡੇ ਹੱਕ ਦੇ ਵਿੱਚ ਕਾਫੀ ਦੇਸ਼ਾਂ ਦੇ ਅੰਦਰੋਂ ਪ੍ਰੋਗਰਾਮ ਹੋ ਰਹੇ ਨੇ। ਕੈਨੇਡਾ ਤੋਂ ਟੋਰਾਂਟੋ ਦੇ ਵਿੱਚੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਵੱਡਾ ਡੈਮੋਨਸਟ੍ਰੇਸ਼ਨ 27 ਨੂੰ ਹੋ ਰਿਹਾ। ਸੋ ਸਾਰੇ ਜਗ੍ਹਾ ਦੇ ਉੱਤੇ ਤੁਸੀਂ ਫਿਰ ਇਹਨਾਂ ਚੀਜ਼ਾਂ ਨੂੰ ਰਿਪੀਟਡਲੀ ਕਰੋ, ਤਾਂ ਜੋ ਆਪਾਂ ਲਗਾਤਾਰ ਇਹ ਜਿਹੜਾ ਦੇਸ਼ ਦੇ ਭਾਰਤ ਦੇ ਅੰਦਰ ਜਿਹੜਾ ਅੰਦੋਲਨ ਚੱਲ ਰਿਹਾ ਇਹਨੂੰ ਕਾਮਯਾਬੀ ਤੱਕ ਲੈ ਕੇ ਜਾ ਸਕੀਏ। ਧੰਨਵਾਦ। ਬਹੁਤ ਸਾਰੇ ਜਿਹੜੇ ਸਾਡੇ ਹਮਦਰਦ ਨੇ ਉਹ ਲਗਾਤਾਰ ਉਹਨਾਂ ਦੇ ਸੁਨੇਹੇ ਆ ਰਹੇ ਆ, ਉਹ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਤੁਹਾਡੇ ਬਹੁਤ ਸਾਰੇ ਸੁਝਾਅ ਆ ਰਹੇ ਆ, ਉਹ ਅਸੀਂ ਨੋਟ ਕਰਾਂਗੇ ਔਰ ਵਿਚਾਰਾਂਗੇ। ਤੇ ਪ੍ਰਦੀਪ ਮੁਖਰਜੀ ਜੀ, ਯੂ ਕੈਨ ਕੁਐਸਚਨ ਨਾਓ। ਪ੍ਰਦੀਪ ਮੁਖਰਜੀ। मेरी कल आवाज नहीं आ रही है ना। शरणजीत कौर, हाँ शरणजीत कौर जी। ਹੈਲੋ, ਪ੍ਰਭਨੂਰ ਸਿੰਘ ਜੀ। ਜੀ ਪ੍ਰਭਨੂਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ Hello, I am Sharanjit. Please, sir, I want to say. हेलो शरणजीत जी पहले आप, उसके बाद प्रभनुर सिंह जी। सर ठीक ठीक, शुक्रिया। हाँ जी सर, सर सत श्री अकाल जी, मैं लुधियाना तो बोल रही हाँ। ते मेरे थोड़े जे सवाल है हैं। मैं कहना चाहती हूँ कि अगर सरकार ने सेंटर दे दखल देना है तो राज्यों को खत्म ही कर देना चाहिए। दूसरी, हेलो सर सुन रहे हो जी? जी सुन रही, थोड़ी गल आ रही है जी। हेलो, थोड़ी आवाज आ रही है। मैं दसना चाहती, हाँ जी सर, एक लोग पूछते हैं कि मंडियां किवें खत्म हो जाणगियां। लोकां नूं यही नहीं पता भी मंडियां किवें खत्म हो जाणगियां। हाल ही विच अपने एक राजदूत नाल गुरुद्वारा साहब दे विच उन्हां दी चर्चा होई सी किसानां दी, ते ओ कह रहे सी जी सानू शक है, ते अगों मैडम ने जवाब दिता जी शक बहम भरम दा ਇਹ सच नहीं हुंदे। ते तुसीं दसो कि 1% ते 8% ਜਿਹੜੇ ਫੀਸ ਦਾ ਇਹ ਕੀ ਮਾਮਲਾ ਹੈ। ਸੈਕੰਡਲੀ, ਇੱਕ ਹਰਕੀਰਤ ਕੌਰ ਜੀ ਨੇ ਪੁੱਛਿਆ ਜੀ ਸੀ ਕਿ ਤੁਹਾਡੀ ਸਟ੍ਰੈਟਜੀ ਕੀ ਹੈ, ਕਿ ਤੁਸੀਂ ਇੱਥੇ ਸਿਰਫ ਬੈਠਣਾ ਹੀ ਚਾਹੁੰਦੇ ਹੋ? ਤੇ ਪਲੀਜ਼ ਅਗਰ ਆਪਾਂ ਥੋੜਾ ਜਿਹਾ ਦੱਸ ਦਈਏ ਲੋਕਾਂ ਨੂੰ ਕਿ ਸਾਡੀ ਸਟ੍ਰੈਟਜੀ ਕੀ ਹੈ। ਸੈਕੰਡਲੀ, ਅਗਰ ਇੱਕ ਅਸੀਂ ਕਰ ਸਕਦੇ ਹਾਂ ਕਿ ਲੋਕਾਂ ਨੂੰ ਜਿਹੜੀ ਸਰਕਾਰ ਬਣਦੀ ਹੈ ਇਹ ਸਿਰਫ ਮਲਕੇ ਸੀਟਾਂ ਦੇ ਅਕੋਰਡਿੰਗਲੀ ਬਣਦੀ ਹੈ, ਉਹਨਾਂ ਨੂੰ ਐਮਪੀਜ਼ ਦੀ ਕਿੰਨੀ ਹਮਾਇਤ ਹੈ। ਅਗਰ ਲੋਕ ਐਮਪੀ ਔਰ ਐਮਐਲਏਜ਼ ਨੂੰ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਕਿ ਤੁਸੀਂ ਉਹਨਾਂ ਤੋਂ ਸਪੋਰਟ ਵਾਪਸ ਲਓ, ਤਾਂ ਇਹ ਗਵਰਨਮੈਂਟ ਜਿਹੜੀ ਹੈ ਉਹ ਉਹਦੇ ਦਬਾਅ ਥੱਲੇ ਆ ਸਕਦੀ ਹੈ। ਤੇ ਔਰ ਇੱਕ ਮੈਂ ਸੁਪਰੀਮ ਕੋਰਟ ਨੂੰ ਕਹਿਣਾ ਚਾਹਾਂਗੀ ਕਿ ਅਗਰ ਉਹ ਇਸ ਮਾਮਲੇ ਦੇ ਵਿੱਚ ਆਪਣੀ ਭੂਮਿਕਾ ਨੂੰ ਬਹੁਤ ਹੀ ਅੱਛੀ ਤਰ੍ਹਾਂ ਨਿਭਾਵੇ ਤਾਂ ਸੁਪਰੀਮ ਕੋਰਟ ਦੇ ਨਾਲ ਨਾਲ ਸਾਰੀ ਹੀ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਦੀ ਜਿਹੜੀ ਦਿੱਖ ਹੈ ਬਹੁਤ ਹੀ ਚੰਗੀ ਹੋ ਸਕਦੀ ਹੈ। ਧੰਨਵਾਦ ਜੀ। ਦੇਖੋ ਭੈਣ ਜੀ, ਜਿਹੜੀ ਤੁਹਾਡਾ ਇਹ ਸਵਾਲ ਸੀਗਾ ਕਿ ਮੰਡੀਆਂ ਕਿਵੇਂ ਖਤਮ ਹੋ ਜਾਣਗੀਆਂ, ਇਹ ਸਵਾਲ ਸੀ ਤੁਹਾਡਾ। ਤੇ ਮੈਂ ਬੜਾ ਤੁਹਾਨੂੰ ਇਹ 1-2 ਮਿੰਟ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੰਦਾ ਕਿ ਨੋਟ ਕਰਿਓ ਗੱਲ ਕਿ ਜਿਸ ਵੇਲੇ ਆਪਣਾ ਇੱਕ ਤਜਰਬਾ ਹੈ ਕਿ ਪ੍ਰਾਈਵੇਟ ਕਾਰਪੋਰੇਟ ਲੋਕ ਜਦੋਂ ਖਾਸ ਕਰਕੇ ਮਾਰਕੀਟ ਦੇ ਵਿੱਚ ਉਤਰਦੇ ਨੇ, ਜਿਵੇਂ ਕਿ ਜੀਓ ਨੇ ਸਾਡਾ BSNL ਬਰਬਾਦ ਕੀਤਾ, ਖਤਮ ਕੀਤਾ ਹੈ ਨਾ ਆਪਣੀ ਅੱਖਾਂ ਦੇ ਸਾਹਮਣੇ। ਔਰ ਅਗਲੀ ਗੱਲ,
ਇਸੇ ਤਰ੍ਹਾਂ ਜਦੋਂ ਕਾਰਪੋਰੇਟ ਲੋਕ ਮੰਡੀਆਂ ਦੇ ਵਿੱਚ ਆਉਣਗੇ ਤਾਂ ਉਹਨਾਂ ਨੇ ਆਪਣੇ ਕੰਪੀਟੀਟਰ ਨੂੰ ਖਤਮ ਕਰਨ ਵਾਸਤੇ ਕਿਸਾਨਾਂ ਨੂੰ ਫਸਲ ਦਾ ਰੇਟ ਵੱਧ ਦੇਣਾ ਹੈ। ਔਰ ਜਦੋਂ ਕਿਸਾਨ ਨੂੰ ਫਸਲ ਦਾ ਵੱਧ ਰੇਟ ਮਿਲਿਆ, ਕਿਸਾਨ ਨੇ ਆਪਣੇ ਆਪ ਬਾਹਰਲੀ ਮੰਡੀ ਜਿਹੜੀ ਪ੍ਰਾਈਵੇਟ ਮੰਡੀ ਖੋਲੀ ਜਾ ਰਹੀ ਹੈ ਉੱਥੇ ਫਸਲ ਵੇਚਣੀ ਹੈ, ਸੁਭਾਵਿਕ ਗੱਲ ਹੈ। ਔਰ ਜਦੋਂ ਸਾਲ ਡੇਢ ਸਾਲ ਕਿਸਾਨ ਉੱਥੇ ਫਸਲ ਵੇਚਦਾ ਰਿਹਾ ਤਾਂ ਇਸੇ ਸਰਕਾਰ ਨੇ ਇਹ ਕਹਿਣਾ ਹੈ ਕਿ ਨਾ ਤਾਂ ਹੁਣ ਮੰਡੀ ਬੋਰਡ ਦੇ ਸਿਸਟਮ ਦੀ ਲੋੜ ਹੈ ਤੇ ਨਾ ਹੁਣ FCI ਦੀ ਲੋੜ ਹੈ, ਕਿਉਂਕਿ ਨਾ ਤਾਂ FCI ਨੇ ਕੋਈ ਦਾਣਾ ਖਰੀਦਿਆ ਹੈ ਤੇ ਨਾ ਕੋਈ ਮੰਡੀ ਬੋਰਡ ਦੇ ਥਰੂ ਵਿਕਿਆ। ਇਸ ਕਰਕੇ ਦੋਨੇ ਅਦਾਰੇ ਬੇਲੋੜੇ ਨੇ। ਔਰ ਇਸ ਵੇਲੇ ਲੱਖ ਲੋਕ ਵਿਰੋਧ ਕਰਨ, ਲੇਕਿਨ ਸਰਕਾਰ ਕਹੇਗੀ ਕਿ ਅਸੀਂ ਬਿਨਾਂ ਮਤਲਬ ਤੋਂ ਜਿਨ੍ਹਾਂ ਨੇ ਕੰਮ ਹੀ ਨਹੀਂ ਕਰਨਾ ਉਹਨਾਂ ਅਦਾਰਿਆਂ ਨੂੰ ਰੱਖਣ ਦੀ ਕੀ ਤੁਕ ਬਣਦੀ ਹੈ, ਤੇ ਇਹ ਦੋਨੇ ਅਦਾਰੇ ਬਰਬਾਦ ਕਰ ਦੇਗੀ ਸਰਕਾਰ, ਖਤਮ ਕਰ ਦੇਗੀ, ਤੋੜ ਦੇਗੀ। ਜਿਸ ਵੇਲੇ ਇਹ ਦੋਨੇ ਅਦਾਰੇ ਟੁੱਟੇ ਤਾਂ ਇੱਕੋ ਹੀ ਗੱਲ ਸਾਹਮਣੇ ਰਹੇਗੀ ਫਿਰ ਇੱਕ ਸਾਡੇ ਲੋਕਾਂ ਦੇ ਕਿ ਕੇਵਲ ਸਾਡੇ ਕੋਲੇ ਕੱਲਾ ਬਾਹਰਲਾ ਮੰਡੀ, ਜਿਹੜੀ ਬਾਹਰਲੀ ਮੰਡੀ ਹੈ, ਜਿਹੜੀ ਪ੍ਰਾਈਵੇਟ ਮੰਡੀ ਉਹ ਰਹਿ ਜਾਏਗੀ। ਔਰ ਉਸ ਪ੍ਰਾਈਵੇਟ ਮੰਡੀ ਦੇ ਵਿੱਚ ਜਿਸ ਤਰ੍ਹਾਂ ਅੱਜ ਬਿਹਾਰ ਦੇ ਵਿੱਚ ਹੋਇਆ ਹੈ, ਇਹ ਤਾਂ ਸਾਡੇ ਸਾਹਮਣੇ ਪਿਕਚਰ ਪਈ ਹੈ ਨਾ ਬਿਹਾਰ ਦੀ। ਬਿਹਾਰ ਦੇ ਵਿੱਚ 2006 ਦੇ ਵਿੱਚ ਇਹ ਮੰਡੀ ਸਿਸਟਮ ਖਤਮ ਕੀਤਾ ਗਿਆ ਸਰਕਾਰ ਵੱਲੋਂ, ਔਰ ਉੱਥੇ ਅੱਜ ਵਪਾਰੀ ਫਸਲ ਖਰੀਦਦਾ ਹੈ ਤੇ ਲੋਕ ਵਿਚਾਰੇ 400 300 500 800 ਤੱਕ ਆਪਦੀ ਫਸਲ ਸਿੱਟਣ ਲਈ ਇਹੀ ਝੋਨਾ ਮਜਬੂਰ ਹੁੰਦੇ ਨੇ। ਔਰ ਬਿਹਾਰ ਦਾ ਝੋਨਾ ਜਿਹੜਾ ਆ ਕੇ ਸਾਡੇ ਪੰਜਾਬ ਦੇ ਵਿੱਚ ਵਿਕਦਾ ਹੈ। ਇਹ ਬਹੁਤ ਵੱਡਾ ਪ੍ਰੂਫ ਹੈ ਆਪਣੇ ਆਪ ਦੇ ਵਿੱਚ। ਬਾਕੀ ਭੈਣ ਜੀ ਜਿਹੜੇ ਤੁਹਾਡੇ ਸੁਝਾਅ ਨੇ ਬਹੁਤ ਵਧੀਆ ਨੇ, ਅਸੀਂ ਤੁਹਾਡੇ ਸੁਝਾਵਾਂ ਦਾ ਮਤਲਬ ਸਤਿਕਾਰ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਇੱਕ ਸੁਝਾਅ ਦੇ ਉੱਤੇ ਗੌਰ ਵੀ ਕਰਾਂਗੇ। ਬੇਨਤੀ ਆ ਸਾਰੇ ਸਾਡੇ ਦੋਸਤਾਂ ਨੂੰ, ਹਮਦਰਦਾਂ ਨੂੰ ਕਿ ਜਿਹੜੇ ਸਵਾਲ ਆ ਉਹ ਬਿਲਕੁਲ ਸੰਖੇਪ ਚ ਰੱਖਣ, ਤਾਂ ਕਿ ਬਹੁਤ ਸਾਰੇ ਲੋਕ ਲਾਈਨ ਤੇ ਨੇ ਜਿਹੜੇ ਜਿਨ੍ਹਾਂ ਦੇ ਸਵਾਲਾਂ ਜਵਾਬ ਦੇਣਾ ਚਾਹੁੰਦੇ ਆ, ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਹਨਾਂ ਕਾਨੂੰਨਾਂ ਬਾਰੇ, ਕਿਸਾਨ ਲਹਿਰ ਕਿੱਥੇ ਖੜੀ ਆ, ਕਿਵੇਂ ਉਹ ਹਮਾਇਤ ਕਰ ਸਕਦੇ, ਜਵਾਬ ਦੇ ਸਕੀਏ। ਹੁਣ ਪ੍ਰਭਨੂਰ ਸਿੰਘ ਜੀ ਆਪਣੀ ਗੱਲ ਰੱਖਣਗੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਐਂਡ ਨਮਸਕਾਰ। ਸਰ ਮੇਰਾ ਇੱਕ